Good morning, students. Today I'll continue chapter number 8, The Hack Driver, written by Sinclair Lewis from your book Footprints Without Feet. So before I'll continue this chapter, let me to give brief idea about of the writer. Harry Sinclair Lewis was a famous American novelist, short story writer, and playwright. He was the first writer from the United States to receive the Nobel Prize. So, Hack Driver is the story of a very cunning manipulator, Bill Oliver Lutkins. A young lawyer comes to a village to serve someone on Oliver Lutkins. A friendly hack driver takes him around the village in search of Lutkins. Does he find who is Lutkins? ਇਸ ਸਟੋਰੀ ਦੇ ਵਿੱਚ ਇੱਕ ਯੰਗ ਲਾਇਰ ਜਿਹੜਾ ਹੈਗਾ ਉਹ ਇੱਕ ਵਿਲੇਜ 'ਤੇ ਆਉਂਦਾ ਹੈਗਾ ਔਰ ਵਿਲੇਜ 'ਤੇ ਕਾਹਦੇ ਲਈ ਆਉਂਦਾ ਹੈਗਾ ਓਲੀਵਰ ਲੁਟਕਿੰਸ ਨੂੰ ਲੱਭਣ ਦੇ ਲਈ। ਇੱਕ ਫਰੈਂਡਲੀ ਯਾਨੀ ਕਿ ਬਹੁਤ ਵਧੀਆ ਨੇਚਰ ਵਾਲਾ ਹੈਕ ਡਰਾਈਵਰ ਜਿਹੜੇ ਹਾਰਸ ਬੁਲਕ ਕਾਰਟ ਜਾਂ ਬਾਕੀ ਚੀਜ਼ਾਂ ਨੂੰ ਰਾਈਡ ਕਰਦੇ ਆ ਉਹ ਹੈਕ ਡਰਾਈਵਰ ਕਹੇ ਜਾਂਦੇ ਆ। ਅਤੇ ਕਹਿੰਦੇ ਕਿ ਇੱਕ ਹੈਕ ਡਰਾਈਵਰ ਜਿਹੜਾ ਹੈਗਾ ਉਹ ਵਿਲੇਜ ਤੋਂ ਲੈ ਕੇ ਜਾਂਦਾ ਹੈਗਾ ਉਹਨੂੰ ਤਾਂ ਕਿ ਉਹ ਲੁਟਕਿੰਸ ਨੂੰ ਲੱਭ ਸਕੇ। ਫਿਰ ਕਹਿੰਦੇ ਇਸ ਸਟੋਰੀ ਦੇ ਵਿੱਚ ਕਿ ਕੀ ਹੈਕ ਡਰਾਈਵਰ ਔਰ ਯੰਗ ਲਾਇਰ ਦੋਨੋਂ ਮਿਲ ਕਰਕੇ ਓਲੀਵਰ ਲੁਟਕਿੰਸ ਨੂੰ ਲੱਭ ਪਾਉਂਦੇ ਆ ਕਿ ਨਹੀਂ। ਸੋ ਇੱਥੋਂ ਹੀ ਸਟੋਰੀ ਸ਼ੁਰੂ ਹੁੰਦੀ ਹੈ। ਲੈਟਸ ਬਿਗਿਨ ਇਟ। ਆਫਟਰ ਗ੍ਰੈਜੂਏਟਿੰਗ ਵਿਦ ਆਨਰਸ I became a junior assistant clerk in a magnificent law firm. I was sent not to prepare legal briefs but to serve someone like a cheap private detective. ਰਾਈਟਰ ਕੀ ਕਹਿੰਦਾ ਹੈਗਾ ਕਿ ਜਦੋਂ ਮੈਂ ਲਾਅ ਦੀ ਸਟੱਡੀ ਕਰ ਚੁੱਕਿਆ ਸੀਗਾ ਮੈਂ ਇੱਕ ਜੂਨੀਅਰ ਅਸਿਸਟੈਂਟ ਕਲਰਕ ਇੱਕ ਬਹੁਤ ਬੜੇ ਲਾਅ ਦੇ ਫਰਮ 'ਤੇ ਬਣ ਗਿਆ। ਫਿਰ ਮੇਰਾ ਉੱਥੇ ਕੀ ਕੰਮ ਸੀਗਾ ਕਿ ਮੈਂ ਉੱਥੇ ਇੱਕ ਸਮਨ ਸਰਵ ਕਰਨ ਦਾ ਕੰਮ ਕਰਨਾ ਸ਼ੁਰੂ ਕਰ ਗਿਆ। ਮਤਲਬ ਉੱਥੇ ਮੈਂ ਲੀਗਲ ਡਾਕੂਮੈਂਟਸ ਵਗੈਰਾ ਤਿਆਰ ਨਹੀਂ ਕਰਦਾ ਸੀਗਾ। ਜਦੋਂ ਕੋਰਟ ਦਾ ਕੋਈ ਸਮਨ ਆਉਂਦਾ ਸੀਗਾ ਤਾਂ ਆਪਣੇ ਕਲਾਇੰਟ ਨੂੰ ਸਰਵ ਕਰਨ ਦਾ ਕੰਮ ਕਰਦਾ ਸੀਗਾ, ਜਿਵੇਂ ਕੋਈ ਛੋਟੇ ਜਿਹੇ ਜਾਂ ਛੋਟੇ ਮੋਟੇ ਪ੍ਰਾਈਵੇਟ ਡਿਟੈਕਟਿਵ ਕਰਦੇ ਹੁੰਦੇ ਆ। I had to go to dirty and shadowy corner of the city to seek out my victim. Some of the larger and more self-confident ones even beat me up. ਅਬ ਉਹਦਾ ਕੰਮ ਕੀ ਹੁੰਦਾ ਸੀਗਾ ਰਾਈਟਰ ਦਾ? ਕਹਿੰਦਾ ਹੈਗਾ ਕਿ ਮੈਂ ਬਹੁਤ ਗੰਦੇ ਸ਼ੈਡੋਈ ਕਾਰਨਰ, ਸ਼ਹਿਰ ਦੇ ਬਹੁਤ ਗਲੀ ਨੁੱਕੜ ਵਾਲਾ ਏਰੀਆ ਜਿਹੜਾ ਹੁੰਦਾ ਹੈਗਾ ਉੱਥੇ ਆਪਣੇ ਵਿਕਟਿਮ ਯਾਨੀ ਕਿ ਆਪਣੀ ਕਲਾਇੰਟ ਨੂੰ ਲੱਭਦਾ ਰਹਿੰਦਾ ਸੀਗਾ। ਕਈ ਵਾਰ ਜਦੋਂ ਮੈਂ ਸਮਨ ਸਰਵ ਕਰਨ ਗਿਆ ਤਾਂ ਬਹੁਤ ਵੱਡੇ ਵੱਡੇ ਲੋਕ ਜਿਹੜੇ ਹੁੰਦੇ ਆ ਉਹਨਾਂ ਨੇ ਮੈਨੂੰ ਪੀਟ ਵੀ ਦਿੱਤਾ। I hated this unpleasant work and the side of city life. It revealed to me. I even considered fleeing to my hometown where I could have been a real lawyer right away without going through this unpleasant training period. ਦੈਨ ਕਹਿੰਦਾ ਕਿ ਮੈਂ ਸ਼ਹਿਰ ਦੀ ਇਸ ਲਾਈਫ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦਾ ਸੀਗਾ ਕਿਉਂਕਿ ਵਰਕ ਜਿਹੜਾ ਸ਼ਹਿਰ ਦੇ ਇਸ ਕੋਰਨਰ 'ਤੇ ਜਾ ਕਰਕੇ ਲੋਕਾਂ ਨੂੰ ਲੱਭਣਾ, ਸਮਨ ਫੜਾਉਣਾ ਸੀਗਾ, ਉਹ ਵਰਕ ਮੈਨੂੰ ਪਸੰਦ ਨਹੀਂ ਆ ਰਿਹਾ ਸੀਗਾ। ਕਿੰਨੀ ਵਾਰ ਤਾਂ ਮੈਨੂੰ ਹੁੰਦਾ ਸੀਗਾ ਕਿ ਮੈਂ ਭੱਜ ਜਾਵਾਂ। ਫਲੀਡਡ ਅਵੇ ਦਾ ਮਤਲਬ ਹੁੰਦਾ ਹੈਗਾ ਫਲਾਈ ਅਵੇ, ਭੱਜ ਜਾਣਾ ਔਰ ਆਪਣੇ ਹੋਮ ਟਾਊਨ ਯਾਨੀ ਕਿ ਆਪਣੇ ਸ਼ਹਿਰ 'ਤੇ ਜਾ ਕਰਕੇ ਉੱਥੇ ਰੀਅਲ ਲਾਇਰ ਦੀ ਪ੍ਰੈਕਟਿਸ ਸ਼ੁਰੂ ਕਰਦਾ। ਪਰ ਮੈਂ ਇਸ ਅਨਪਲੀਜ਼ੈਂਟ ਟ੍ਰੇਨਿੰਗ ਪੀਰੀਅਡ ਤੋਂ ਹੋ ਕੇ ਨਹੀਂ ਨਿਕਲਣਾ ਚਾਹੁੰਦਾ ਸੀਗਾ। ਸੋ ਆਈ ਰਿਜੁਆਈਸਡ ਵਨ ਡੇ ਵੈਨ ਦੇ ਸੈਂਡ ਮੀ ਆਊਟ 40 miles in the country to a town called New Mullion to serve someone on a man called Oliver Lutkins. ਅਬ ਮੈਨੂੰ ਉਸ ਟਾਈਮ ਬਹੁਤ ਬੁਰਾ ਲੱਗਿਆ। ਕਦੋਂ? ਜਦੋਂ ਇਹਨਾਂ ਨੇ ਮੈਨੂੰ ਇੱਕ ਵਿਲੇਜ 'ਤੇ ਭੇਜਤਾ ਜੋ ਕਿ ਸ਼ਹਿਰ ਤੋਂ 40 miles ਦੇ ਡਿਸਟੈਂਸ 'ਤੇ ਸੀਗਾ ਔਰ ਉਸ ਸ਼ਹਿਰ ਦਾ ਨਾਮ ਸੀਗਾ ਨਿਊ ਮੂਲੀਅਨ। ਉੱਥੇ ਮੈਂ ਇੱਕ ਪਰਸਨ, ਉਹਦਾ ਨਾਮ ਸੀਗਾ ਓਲੀਵਰ ਲੁਟਕਿਨ, ਉਹਨੂੰ ਸਮਨ ਫੜਾਉਣਾ ਸੀਗਾ। ਕਿਉਂ? ਕਿਉਂਕਿ ਉਹ ਮੇਰੇ ਫਾਰਮ ਦੇ ਕਿਸੇ ਲੀਗਲ ਮੈਟਰ ਦੇ ਵਿੱਚ ਇੱਕ ਵਿਟਨੈਸ ਸੀਗਾ, ਗਵਾਹ ਸੀਗਾ ਔਰ ਉਹ ਵਾਰ ਹੀ ਜਦੋਂ ਸਮਨ ਭੇਜਿਆ ਜਾ ਰਿਹਾ ਸੀਗਾ ਉਹਨੂੰ ਇਗਨੋਰ ਕਰ ਰਿਹਾ ਸੀਗਾ। ਇਸ ਕਰਕੇ ਮੇਰੀ ਕੰਪਨੀ ਨੇ ਕਿਹਾ ਕਿ ਤੂੰ ਪਰਸਨਲੀ ਜਾ ਕਰਕੇ ਉਹਨੂੰ ਸਮਨ ਫੜਾ ਕੇ ਆ। When I got to New Mullion, my eager expectation of a sweet and simple country village were severely disappointed. Its streets were a river of mud with row of wooden shops, either painted or sour brown or bare of any paint at all. ਜਦੋਂ ਮੈਂ ਨਿਊ ਮੂਲੀਅਨ ਪਹੁੰਚਿਆ ਤਾਂ ਮੇਰੀ ਜਿਹੜੀ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਸੀਗੀ ਸਿੰਪਲ ਵਿਲੇਜ ਦੀ, ਸਵੀਟ ਔਰ ਸਿੰਪਲ ਵਿਲੇਜ ਦੀ, ਉਹ ਬਹੁਤ ਜ਼ਿਆਦਾ ਡਿਸਅਪੋਇੰਟ ਹੋ ਗਈ, ਯਾਨੀ ਕਿ ਮੈਨੂੰ ਬਹੁਤ ਨਿਰਾਸ਼ਾ ਹਾਥ ਲੱਗੀ।
ਕਿਉਂਕਿ ਗਲੀ ਜਿਹੜੇ ਸੀਗੇ, ਸਟਰੀਟ ਸੀਗੇ, ਉਹ ਤਾਂ ਚਿੱਕੜ ਤੋਂ ਭਰੇ ਹੋਏ ਸੀਗੇ ਔਰ ਬਹੁਤ ਸਾਰੇ ਵੂਡਨ ਸ਼ੌਪ ਯਾਨੀ ਕਿ ਲੱਕੜ ਦੇ ਬਣਾਏ ਹੋਏ ਸ਼ੌਪ ਉਸ ਗਲੀ ਔਰ ਰਾਸਤੇ ਦੇ ਕਿਨਾਰੇ ਸੀਗੇ। ਕੁਛ ਤਾਂ ਡਾਰਕ ਬਰਾਊਨ ਕਲਰ ਦੇ ਪੇਂਟਡ ਸੀਗੇ ਔਰ ਕੁਛ ਵਿਦਾਊਟ ਪੇਂਟ ਸੀਗੇ। The only agreeable sight about the place was the delivery man at the station. He was about 40, red-faced, cheerful, and thick about the middle. His working clothes were dirty and well-worn, and he had a friendly manner. You felt at once that he liked people. ਸਭ ਤੋਂ ਵਧੀਆ ਚੀਜ਼ ਜਿਹੜੀ ਮੈਨੂੰ ਪਸੰਦ ਆਈ ਉਹ ਇੱਕ ਹੀ ਚੀਜ਼ ਸੀਗੀ। ਉਹ ਕੀ ਸੀਗਾ ਕਿ ਜਿਹੜਾ ਇਸ ਸਟੇਸ਼ਨ ਤੋਂ ਬਾਹਰ ਡਿਲੀਵਰੀ ਮੈਨ ਖੜਾ ਸੀਗਾ, ਯਾਨੀ ਕਿ ਜਿਹੜਾ ਹੈਕ ਡਰਾਈਵਰ ਸੀਗਾ, ਕਾਰਟ ਨੂੰ ਲੈ ਕਰ ਖੜਾ ਸੀਗਾ। ਉੱਥੇ ਆਟੋ ਟੈਕਸੀ ਤਾਂ ਹੁੰਦਾ ਨਹੀਂ ਆ, ਅਤੇ ਜਿਵੇਂ ਬੈਲ ਗਾੜੀ ਜਾਂ ਘੋੜਾ ਗਾੜੀ ਹੁੰਦੀ ਹੈ ਨਾ, ਉਸ ਤਰ੍ਹਾਂ ਦਾ ਹੀ ਉਹ ਲੈ ਕੇ ਗਾੜੀ ਖੜਾ ਸੀਗਾ। ਉਹਨੂੰ ਹੀ ਡਿਲੀਵਰੀ ਮੈਨ ਕਹਿ ਰਿਹਾ ਇੱਥੇ ਰਾਈਟਰ। ਕਹਿੰਦਾ ਉਹ ਆਲਮੋਸਟ 40 ਈਅਰਸ ਦਾ ਸੀਗਾ, ਰੈੱਡ ਫੇਸ ਸੀਗਾ ਉਹਦਾ, ਕਾਫੀ ਹਸਮੁਖ ਯਾਨੀ ਕਿ ਚੇਅਰਫੁਲ ਸੀਗਾ, ਜੋਲੀ ਨੇਚਰ ਦਾ ਸੀਗਾ, ਥਿਕ ਸੀਗਾ, ਮਿਡਲ ਏਜ ਦਾ। ਔਰ ਉਹਦੇ ਵਰਕਿੰਗ ਯਾਨੀ ਕਿ ਕੰਮ ਕਰਨ ਵਾਲੇ ਕੱਪੜੇ ਜਿਹੜੇ ਸੀਗੇ ਗੰਦੇ ਸੀਗੇ, ਵਧੀਆ ਪਾਇਆ ਹੋਇਆ ਸੀਗਾ, ਪਰ ਉਹਦਾ ਮੈਨਰ ਜਿਹੜਾ ਸੀਗਾ ਯਾਨੀ ਬਾਤ ਕਰਨ ਦਾ ਤਰੀਕਾ ਕਾਫੀ ਫਰੈਂਡਲੀ ਸੀਗਾ। ਇੱਕ ਵਾਰੀ ਦੇਖ ਕਰਕੇ ਐਂ ਲੱਗਦਾ ਸੀਗਾ ਜਿਵੇਂ ਉਹ ਲੋਕਾਂ ਨੂੰ ਬਹੁਤ ਪਸੰਦ ਕਰਦਾ ਹੈ। I told him to find a man named Oliver Lutkins. ਮੈਂ ਉਹਨੂੰ ਦੱਸ ਰਿਹਾ ਸੀ, ਮੈਂ ਉਹਨੂੰ ਦੱਸਿਆ ਕਿ ਮੈਂ ਇੱਕ ਪਰਸਨ ਨੂੰ ਲੱਭਣਾ ਹੈਗਾ, ਉਹਦਾ ਨਾਮ ਹੈ ਓਲੀਵਰ ਲੁਟਕਿੰਸ। Lutkins, I saw him around here about an hour ago. Hard fellow to catch, though, always up to something or other. Then ਉਹ ਅਚਾਨਕ ਹੀ ਕਹਿੰਦਾ ਹੈਗਾ ਕਿ ਮੈਂ ਬਹੁਤ ਮੁਸ਼ਕਿਲ ਹੈ ਲੁਟਕਿੰਸ ਨੂੰ ਫਾਈਂਡ ਕਰਨਾ, ਕਿਉਂਕਿ ਹਮੇਸ਼ਾ ਕੁਛ ਨਾ ਕੁਛ ਤਾਂ ਉਹ ਕਰਦਾ ਹੀ ਰਹਿੰਦਾ ਹੈਗਾ। He is probably trying to start up a poker game in the back of his shop. I will tell you, boy, is there any hurry about locating Lutkins? ਉਸ ਤੋਂ ਬਾਅਦ ਉਹ ਮੈਨੂੰ ਕੀ ਕਹਿੰਦਾ ਹੈਗਾ, ਉਹ ਕਹਿੰਦਾ ਹੈਗਾ ਕਿ ਉਹ ਸਾਰਾ ਟਾਈਮ ਕੁਛ ਨਾ ਕੁਛ ਤਾਂ ਕਰਦਾ ਹੀ ਰਹਿੰਦਾ ਹੈਗਾ, ਉਹਨੂੰ ਪਕੜਨਾ ਬਹੁਤ ਔਖਾ ਹੈਗਾ। ਹੋ ਸਕਦਾ ਹੈਗਾ ਕਿ ਪ੍ਰੋਬੇਬਲੀ ਯਾਨੀ ਕਿ ਸ਼ਾਇਦ ਉਹ ਪੋਕਰ ਗੇਮ ਯਾਨੀ ਕਿ ਕਾਰਡ ਦਾ ਗੇਮ, ਪੱਤਾ ਖੇਲਣਾ, ਉਹ ਫਰੀਜ਼ ਦੇ ਸ਼ੌਪ ਦੇ ਪਿੱਛੇ ਕੀ ਪਤਾ ਪੋਕਰ ਗੇਮ ਖੇਲ ਰਿਹਾ। ਫਿਰ ਉਹ ਤੋਂ ਪੁੱਛਦਾ ਹੈਗਾ ਕਿ ਤੁਹਾਨੂੰ ਉਹਨੂੰ ਫਾਈਂਡ ਆਊਟ ਲੋਕੇਟ ਕਰਨਾ ਯਾਨੀ ਕਿ ਲੱਭਣ 'ਚ ਕੋਈ ਬਹੁਤ ਜ਼ਿਆਦਾ ਜਲਦਬਾਜ਼ੀ ਤਾਂ ਨਹੀਂ ਹੈ। ਦੈਨ ਫਿਰ ਲਾਇਰ ਕੀ ਕਹਿੰਦਾ ਹੈ, ਯੈਸ ਆਈ ਵਾਂਟ ਟੂ ਕੈਚ ਦਾ ਆਫਟਰਨੂਨ ਟ੍ਰੇਨ ਬੈਕ ਟੂ ਦ ਸਿਟੀ। ਇਟ ਵਾਜ਼ ਵੈਰੀ ਇੰਪੋਰਟੈਂਟ ਐਂਡ ਸੀਕਰੇਟ ਅਬਾਊਟ ਇਟ। ਫਿਰ ਉਹ ਕਹਿੰਦਾ ਹਾਂ ਮੈਂ ਆਫਟਰਨੂਨ ਦੀ ਟ੍ਰੇਨ ਫੜਨੀ ਹੈ, ਵਾਪਸ ਸਿਟੀ ਜਾਣਾ ਹੈਗਾ ਔਰ ਇਹ ਉਹਦੇ ਲਈ ਬਹੁਤ ਜ਼ਰੂਰੀ ਹੈ ਔਰ ਸੀਕਰੇਟ ਵੀ ਹੈ, ਮਤਲਬ ਬਹੁਤ ਕੌਨਫੀਡੈਂਸ਼ੀਅਲ ਹੈ, ਇਸ ਕਰਕੇ ਮੈਂ ਜ਼ਿਆਦਾ ਕੁਝ ਦੱਸ ਨਹੀਂ ਸਕਦਾ। I will tell you what, I have got a hack. I will get it and we can drive around together and find Lutkins. I know most of the places he hangs out. अब ਡਰਾਈਵਰ ਕੀ ਕਹਿੰਦਾ ਹੈਗਾ, ਜਿਹੜਾ ਹੈਕ ਡਰਾਈਵਰ ਹੁੰਦਾ ਹੈਗਾ, ਉਹ ਕਹਿੰਦਾ ਕਿ ਚਲੋ ਮੈਂ ਤੁਹਾਨੂੰ ਦੱਸਦਾ ਹੈਗਾ, ਆਈ ਹੈਵ ਗੋਟ ਅ ਹੈਕ, ਮੇਰੇ ਕੋਲ ਹੈਕ ਹੈਗਾ ਐਂਡ ਮੈਂ ਹੈਕ 'ਤੇ ਬੈਠ ਗਿਆ। ਕਹਿੰਦਾ ਕਿ ਆਪਾਂ ਮਿਲ ਕੇ ਡਰਾਈਵ ਕਰਾਂਗੇ ਜਾਂ ਦੋਨੋਂ ਮਿਲ ਕਰਕੇ ਉਹਨੂੰ ਫਾਈਂਡ ਆਊਟ ਕਰਾਂਗੇ, ਲੱਭਾਂਗੇ। ਹੈਂਗਸ ਆਊਟ ਦਾ ਮਤਲਬ ਹੈਗਾ ਘੁੰਮਣਾ ਫਿਰਨਾ, ਵੌਂਡਰਿੰਗ, ਇੱਧਰ ਉੱਧਰ ਧੱਕੇ ਖਾਣਾ ਜਾਂ ਐਵੇਂ ਘੁੰਮਦੇ ਫਿਰਦੇ ਰਹਿਣਾ। ਤਾਂ ਕਹਿੰਦਾ ਹੈ ਹੈਕ ਡਰਾਈਵਰ ਕਿ ਮੈਨੂੰ ਤਾਂ ਪਤਾ ਹੀ ਹੈ ਕਿ ਉਹ ਕਿਹੜੀ ਕਿਹੜੀ ਜਗ੍ਹਾ 'ਤੇ ਜਾਂਦਾ ਹੈਗਾ ਔਰ ਕਿੱਥੇ ਘੁੰਮਦਾ ਫਿਰਦਾ ਰਹਿੰਦਾ ਹੈਗਾ। ਦੈਨ he was so open and friendly that I glowed with the warmth of his affection. अब glowed यानी कि बहुत ज़्यादा एक्साइटेड होना, ਸ਼ਾਈਨ ਕਰਨਾ ਜਾਂ ਗਲੋ ਅਪ ਹੋ ਜਾਣਾ, ਉਹਦੀ ਅਫੈਕਸ਼ਨ ਯਾਨੀ ਕਿ ਉਹਦਾ ਲਵ, ਪਿਆਰ ਜਿਹੜਾ ਉਹਨੂੰ ਅਟੈਚਮੈਂਟ ਉਹ ਸ਼ੋਅ ਕਰ ਰਿਹਾ ਸੀਗਾ। ਕਹਿੰਦੇ ਉਹ ਇੰਨਾ ਫਰੈਂਡਲੀ ਸੀਗਾ ਉਹਦਾ ਨੇਚਰ ਕਿ ਮੈਨੂੰ ਉਹਦੀ ਅਫੈਕਸ਼ਨ ਦੀ ਵਾਰਮਥ ਫੀਲਿੰਗ ਆਈ, ਯਾਨੀ ਕਿ ਮੈਨੂੰ ਬਹੁਤ ਖੁਸ਼ੀ ਹੋਈ ਉਹਦੇ ਨਾਲ। ਆਈ ਨਿਊ ਆਫ ਕੋਰਸ ਦੈਟ ਹੀ ਵਾਂਟਡ ਦਾ ਬਿਜ਼ਨਸ ਬਟ ਦਾ kindness was real. I was glad the fair money would go to this good fellow. ਕਹਿੰਦੇ ਕਿ ਮੈਨੂੰ ਪਤਾ ਸੀਗਾ ਕਿ ਇਹ ਤਾਂ ਉਹਦਾ ਕੰਮ ਹੈ, ਬਿਜ਼ਨਸ ਹੈ, ਧੰਦਾ ਹੈ, ਪਰ ਉਹਦਾ ਕਾਈਂਡਨੈਸ ਜਿਹੜਾ ਸੀਗਾ ਉਹ ਮੈਨੂੰ ਰੀਅਲ ਲੱਗ ਰਿਹਾ ਸੀਗਾ ਔਰ ਮੈਨੂੰ ਖੁਸ਼ੀ ਹੋ ਰਹੀ ਸੀਗੀ ਕਿ ਕਿਰਾਇਆ ਜਿਹੜਾ ਹੈਗਾ ਇੱਕ ਵਧੀਆ ਇਨਸਾਨ ਦੇ ਹੱਥ 'ਤੇ ਜਾਊਗਾ। I managed to bargain down $2 an hour and then he brought from his house nearby a sort of large black box on wheel. ਔਰ ਮੈਂ ਕਿਸੇ ਤਰ੍ਹਾਂ ਥੋੜ੍ਹਾ ਜਿਹਾ ਬਾਰਗਨਿੰਗ ਕਰਨ ਤੋਂ ਬਾਅਦ $2, ਇੱਕ ਘੰਟੇ ਦਾ $2 ਉਹਦਾ ਰੇਟ ਤੈਅ ਕੀਤਾ। ਉਸ ਤੋਂ ਬਾਅਦ ਉਹ ਆਪਣੇ ਘਰ ਗਿਆ ਔਰ ਉੱਥੇ ਇੱਕ ਵੱਡਾ ਸਾਰਾ ਬਲੈਕ ਕਲਰ ਦਾ ਬਾਕਸ ਲਿਆਇਆ, ਉਹਦੇ ਵਿੱਚ ਵੀਲਸ ਸੀਗੇ। He remarked, well, young man, here's the carriage, and his wide smile made me into an old friend. And these villagers are so ready to help a stranger. He had already made it his own task to find Oliver Lutkins for me.
ਉਸ ਤੋਂ ਬਾਅਦ ਉਹ ਮੈਨੂੰ ਸਮਾਈਲ ਦਿੰਦੇ ਹੋਏ ਕਹਿੰਦਾ ਹੈਗਾ ਕਿ ਇੱਥੇ ਹੀ ਮੇਰਾ ਆਪਣਾ ਹੈਕ ਹੈਗਾ। ਔਰ ਉਸ ਤੋਂ ਬਾਅਦ ਵਿਲੇਜਰਸ ਜਿਹੜੇ ਹੈਗੇ ਉਹਨਾਂ ਦੇ ਬਾਰੇ ਮੈਂ ਉਹ ਮੈਨੂੰ ਸਮਾਈਲ ਦਿੰਦਾ ਹੈਗਾ ਜਿਵੇਂ ਕੋਈ ਮੇਰਾ ਬਹੁਤ ਪੁਰਾਣਾ ਫਰੈਂਡ ਹੋ। ਵਿਲੇਜਰਸ ਜਿਹੜੇ ਹੁੰਦੇ ਆ ਉਹ ਸਾਰਾ ਟਾਈਮ ਕਿਸੇ ਵੀ ਸਟ੍ਰੇਂਜਰ ਦੀ ਹੈਲਪ ਕਰਨ ਦੇ ਲਈ ਤਿਆਰ ਹੁੰਦੇ ਆ ਔਰ ਕਹਿੰਦੇ ਆ ਕਿ ਐਂ ਲੱਗ ਰਿਹਾ ਸੀਗਾ ਜਿਵੇਂ ਓਲੀਵਰ ਲੁਟਕਿੰਸ ਨੂੰ ਲੱਭਣਾ ਮੇਰਾ ਨਹੀਂ ਉਹਦਾ ਟਾਸਕ ਹੋ, ਉਹਦਾ ਕੰਮ ਹੋ। He said, I don't want to interfere, young fellow, but my guess is that you want to collect some money from Lutkins. He never pays anybody a cent. ਫਿਰ ਅੰਦਾਜ਼ਾ ਲਗਾਉਂਦੇ ਹੋਏ ਕੀ ਕਹਿੰਦਾ ਹੈਗਾ, ਉਹ ਕਹਿੰਦਾ ਹੈਗਾ ਕਿ ਯੰਗ ਮੈਨ, ਮੈਂ ਤੁਹਾਡੇ ਕੰਮ ਦੇ ਵਿੱਚ ਇੰਟਰਫੇਅਰ ਤਾਂ ਨਹੀਂ ਕਰਨਾ ਚਾਹੁੰਦਾ ਹੈਗਾ, ਬਟ ਮੈਨੂੰ ਅੰਦਾਜ਼ਾ ਲਗਾ ਰਿਹਾ, ਮੈਂ ਗੈਸ ਕਰ ਰਿਹਾ ਕਿ ਸ਼ਾਇਦ ਤੂੰ ਉਹ ਤੋਂ ਕੁਝ ਪੈਸੇ ਵਾਪਸ ਲੈਣਾ ਹੈਗਾ, ਪਰ ਉਹ ਕਿਸੇ ਨੂੰ ਵੀ ਕਦੇ ਵੀ ਕੋਈ ਪੈਸੇ ਵਾਪਸ ਨਹੀਂ ਮੋੜਦਾ ਹੈਗਾ, ਯਾਨੀ ਕਿ ਉਹ ਬਹੁਤ ਜ਼ਿਆਦਾ ਖਰਾਬ ਹੈ। He still owes my 50 cent on a poker game. I was fool enough to play with him. ਕਿ ਮੇਰਾ ਵੀ 50 ਸੈਂਟ ਉਹਦੇ 'ਤੇ ਉਧਾਰ ਪਿਆ ਔਰ ਮੈਂ ਬੇਵਕੂਫ ਸੀਗਾ ਕਿ ਮੈਂ ਉਹਦੇ ਨਾਲ ਮਿਲ ਕਰਕੇ ਪੋਕਰ ਦਾ ਗੇਮ ਖੇਡ ਰਿਹਾ ਸੀਗਾ, ਯਾਨੀ ਕਿ ਕਾਰਡ ਦਾ ਗੇਮ ਖੇਡਿਆ ਸੀਗਾ। He's not really bad, but it's hard to make him part with his money. If you try to collect from him in those fancy clothes, he will be suspicious and get away from you. ਕਹਿੰਦਾ ਕਿ ਉਹ ਇੰਨਾ ਬੁਰਾ ਤਾਂ ਨਹੀਂ ਹੈ, ਪਰ ਪੈਸੇ ਦੇ ਮਾਮਲੇ ਦੇ ਵਿੱਚ ਉਹ ਬਹੁਤ ਖਰਾਬ ਹੈ, ਕਿਉਂਕਿ ਉਹ ਤੋਂ ਪੈਸੇ ਵਾਪਸ ਲੈ ਪਾਉਣਾ ਬਹੁਤ ਮੁਸ਼ਕਿਲ ਕੰਮ ਹੈ। ਕਹਿੰਦੇ ਜੇ ਤੂੰ ਇਸ ਫੈਂਸੀ ਕਲੋਥ ਦੇ ਵਿੱਚ ਉਹਦੇ ਕੋਲ ਗਿਆ ਔਰ ਪੈਸੇ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ, ਦੈਨ ਉਹਨੂੰ ਸ਼ੱਕ ਹੋ ਜਾਊਗਾ, ਸਸਪੀਸੀਅਸ ਹੋ ਜਾਊਗਾ ਔਰ ਉੱਥੋਂ ਭੱਜ ਜਾਊਗਾ। If you want, I will go into freeze and ask for him and you can keep out of sight behind me. ਕਹਿੰਦੇ ਜੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋ ਤਾਂ ਫਰੀਜ਼ ਦੀ ਸ਼ੌਪ 'ਤੇ ਮੈਂ ਜਾਣਾ ਔਰ ਜਾ ਕਰਕੇ ਉੱਥੋਂ ਪੁੱਛਣਾ ਔਰ ਤੂੰ ਮੇਰੇ ਪਿੱਛੇ ਖੜ ਕੇ ਸਾਰਾ ਕੁਝ ਦੇਖੀ ਜਾਈ। Then it was the opinion of hack driver and this idea was almost of the hack driver. So now what happened in this story? I loved him for this by myself. I might never have found Lutkins with the hack driver's knowing help. I was sure of getting my man. I took him into my confidence and told him that I wanted to serve the summon on Lutkins, that the man had refused to be a witness. ਕਹਿੰਦੇ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀਗੀ ਕਿ ਉਹ ਮੇਰਾ ਹੀ ਕੰਮ ਕਰ ਰਿਹਾ ਸੀਗਾ ਔਰ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਜੇ ਮੈਂ ਇਸ ਪਰਸਨ ਨੂੰ ਨਾ ਮਿਲਿਆ ਹੁੰਦਾ ਤਾਂ ਸ਼ਾਇਦ ਮੈਨੂੰ ਲੁਟਕਿੰਸ ਕਦੇ ਵੀ ਨਾ ਮਿਲਦਾ। ਕਹਿੰਦਾ ਇਸ ਹੈਕ ਡਰਾਈਵਰ ਜਿਹੜਾ ਜਾਣ ਕੇ ਮੇਰੀ ਹੈਲਪ ਕਰ ਰਿਹਾ ਸੀਗਾ, ਮੈਂ ਸ਼ਿਓਰ ਹੋ ਗਿਆ ਸੀਗਾ ਕਿ ਮੈਨੂੰ ਇਸ ਪਰਸਨ ਨੂੰ ਲੱਭਣਾ ਕੋਈ ਔਖਾ ਕੰਮ ਨਹੀਂ ਹੈ, ਮੈਂ ਲੱਭ ਹੀ ਲੈਣਾ। ਔਰ ਮੈਂ ਉਹਨੂੰ ਕੌਨਫੀਡੈਂਸ ਦੇ ਵਿੱਚ ਲੈ ਕਰਕੇ ਉਹਨੂੰ ਸਾਰੀ ਗੱਲ ਆਪਣੀ ਦੱਸ ਗਿਆ ਕਿ ਐਕਚੁਅਲੀ ਮੈਂ ਪੈਸਾ ਲੈਣ ਨਹੀਂ ਆਇਆ, ਮੈਂ ਉਹਨੂੰ ਇੱਕ ਸੰਮਨ ਫੜਾਉਣ ਆਇਆ ਔਰ ਇਹ ਸੰਮਨ ਉਹਨੂੰ ਕਈ ਵਾਰ ਮਿਲ ਗਿਆ ਪਰ ਉਹ ਵਿਟਨੈਸ ਬਣਨ ਤੋਂ ਮਨਾ ਕਰ ਰਿਹਾ, ਯਾਨੀ ਕਿ ਉਹ ਸੰਮਨ ਨਹੀਂ ਲੈਂਦਾ ਹੈਗਾ ਔਰ ਵਾਰ-ਵਾਰ ਹੀ ਰਿਫਿਊਜ਼ ਕਰ ਦਿੰਦਾ ਹੈਗਾ। When his information would have quickly settled our case, the driver listened earnestly. At the end, he hit me on the shoulder and laughed. Well, we will give Brother Lutkins a little surprise. ਉਹ ਸਾਰਾ ਇਨਫੋਰਮੇਸ਼ਨ ਜਿਹੜਾ ਹੈਗਾ ਉਹ ਕਹਿੰਦਾ ਹੈਗਾ ਕਿ ਉਹਦਾ ਇਹ ਇਨਫੋਰਮੇਸ਼ਨ ਵਿਟਨੈਸ ਵਾਲਾ ਕੰਮ ਜਿਹੜਾ ਹੈਗਾ ਉਹ ਸਾਡੇ ਕੇਸ ਨੂੰ ਈਜ਼ਲੀ ਸੈਟਲ ਕਰ ਸਕਦਾ ਹੈਗਾ, ਪਰ ਫਿਰ ਵੀ ਉਹ ਵਾਰ-ਵਾਰ ਇਗਨੋਰ ਕਰ ਰਿਹਾ। ਡਰਾਈਵਰ ਯਾਨੀ ਕਿ ਹੈਕ ਡਰਾਈਵਰ ਬੜੇ ਧਿਆਨ ਦੇ ਨਾਲ ਸਾਰੀ ਗੱਲ ਸੁਣਦਾ ਹੈਗਾ ਔਰ ਜਦੋਂ ਗੱਲ ਖਤਮ ਹੋ ਜਾਂਦੀ ਹੈ ਉਹਦੇ ਮੋਢੇ 'ਤੇ ਹੱਥ ਮਾਰ ਕੇ ਕਹਿੰਦਾ ਹੈਗਾ, ਹੱਸਦਾ ਹੈਗਾ ਔਰ ਕਹਿੰਦਾ ਹੈਗਾ ਕੋਈ ਨਾ, ਆਪਾਂ ਲੁਟਕਿੰਸ ਨੂੰ ਸਰਪ੍ਰਾਈਜ਼ ਦੇਵਾਂਗੇ, ਯਾਨੀ ਕਿ ਓਲੀਵਰ ਲੁਟਕਿੰਸ ਨੂੰ ਅਚਾਨਕ ਹੀ ਫੜਾਂਗੇ ਔਰ ਉਹ ਵੀ ਸਰਪ੍ਰਾਈਜ਼ ਹੋ ਜਾਊਗਾ। Then most folk around here call me Bill or Magnuson. My business is called William Magnuson Fancy Carting and Hacking. और फिर वो अपना इंट्रोडक्शन की दिंदा हैगा कि ज़्यादातर लोग मैनू बिल और मैगਨੂਸਨਸ ਦੇ ਨਾਮ ਤੋਂ ਬੁਲਾਉਂਦੇ ਆ ਕਿਉਂਕਿ ਮੇਰਾ ਬਿਜ਼ਨਸ ਜਿਹੜਾ ਹੈਗਾ ਉਹ ਵਿਲੀਅਮ ਮੈਗਨੂਸਨ ਫੈਂਸੀ ਕਾਰਟਿੰਗ ਔਰ ਹੈਕਿੰਗ ਦੇ ਨਾਮ ਤੋਂ ਪਪੂਲਰ ਹੈ। ਆਲ ਰਾਈਟ ਬਿਲ, ਸ਼ੈਲ ਵੀ ਪ੍ਰੋਸੀਡ ਟੂ ਫਰੀਜ਼। ਉਸ ਤੋਂ ਬਾਅਦ ਲਾਇਰ ਕਹਿੰਦਾ ਹੈਗਾ ਕਿ ਬਹੁਤ ਵਧੀਆ, ਚਲੋ ਆਪਾਂ ਹੁਣ ਫਰੀਜ਼ ਦੀ ਸ਼ਾਪ 'ਤੇ ਚੱਲਦੇ ਆ। ਯੈਸ, ਲੁਟਕਿਨ ਇਜ਼ ਜਸਟ as likely to be there as anywhere, plays a lot of poker. He is good at deceive people. Bill seemed to admire Lutkin's talent for dishonesty. I felt that if he had been a policeman, he would have caught Lutkins respectfully and jailed him with regret. अब इत्थे ਉਹਨੂੰ ਕੀ ਲੱਗ ਰਿਹਾ, ਉਹ ਕੀ ਕਹਿ ਰਿਹਾ, ਇੱਥੇ ਉਹਨੂੰ ਐਂ ਲੱਗ ਰਿਹਾ ਜਿਵੇਂ ਉਹ ਉਹਦੀ ਬੇਈਮਾਨੀ ਦੀ ਵੀ ਤਾਰੀਫ ਕਰ ਰਿਹਾ। ਫਿਰ ਕੀ ਕਹਿੰਦਾ ਹੈਗਾ ਕਿ ਚਲੋ ਆਪਾਂ ਇਹਨੂੰ ਲੱਭਦੇ ਆ, ਹੋ ਸਕਦਾ ਹੈਗਾ ਕਿ ਇੱਧਰ ਉੱਧਰ
ਉਹ ਮਿਲ ਹੀ ਜਾਏ ਸਾਨੂੰ। ਕਹਿੰਦੇ ਉਹ ਬਹੁਤ ਸਾਰਾ ਕਾਰਡ ਦਾ ਗੇਮ ਖੇਡਦਾ ਹੈਗਾ, ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕੰਮ ਕਰਦਾ ਹੈਗਾ। ਬਿਲ ਫਿਰ ਉਹਦੀ ਤਾਰੀਫ ਕਰਦੇ ਹੋਏ ਉਹਦੀ ਡਿਸਓਨੈਸਟੀ ਦੀ, ਯਾਨੀ ਕਿ ਜਿਹੜੀ ਬੇਈਮਾਨੀ ਦਾ ਕੰਮ ਹੈ ਉਸ ਟੈਲੈਂਟ ਦੀ ਉਹ ਤਾਰੀਫ ਕਰਦਾ ਹੈਗਾ। ਤਾਂ ਜਿਹੜਾ ਲਾਇਰ ਹੁੰਦਾ ਹੈਗਾ ਉਹ ਸੋਚਦਾ ਹੈਗਾ ਕਿ ਜੇ ਬਿਲ ਪੁਲਿਸਮੈਨ ਹੁੰਦਾ ਤਾਂ ਕੀ ਕਰਦਾ, ਲੁਟਕਿੰਸ ਨੂੰ ਫੜਦਾ, ਬੜੇ ਰਿਸਪੈਕਟਫੁਲੀ ਉਹਨੂੰ ਫੜਦਾ ਔਰ ਉਹਨੂੰ ਜੇਲ੍ਹ 'ਤੇ ਪਾ ਦਿੰਦਾ। ਪਰ ਜਦੋਂ ਜੇਲ੍ਹ 'ਤੇ ਪਾਉਂਦਾ ਉਹਦਾ ਵੀ ਉਹਨੂੰ ਅਫਸੋਸ ਹੋਣਾ ਸੀਗਾ, ਰਿਗਰੇਟ ਯਾਨੀ ਕਿ ਪਛਤਾਵਾ ਹੋਣਾ ਸੀਗਾ ਕਿ ਇਹਨੂੰ ਮੈਂ ਜੇਲ੍ਹ 'ਤੇ ਕਿਉਂ ਪਾਤਾ, ਕਿਉਂਕਿ ਜਿਸ ਹਿਸਾਬ ਦੇ ਨਾਲ ਉਹਨੂੰ ਰੀਪ੍ਰਜੈਂਟ ਕਰ ਰਿਹਾ ਸੀਗਾ, ਇਹ ਲੱਗ ਰਿਹਾ ਸੀਗਾ ਕਿ ਉਹਦੀ ਗਲਤ ਕੰਮ ਨੂੰ ਵੀ ਸਹੀ ਪ੍ਰੂਫ ਕਰ ਰਿਹਾ। Bill led me into freeze. Have you seen Oliver Lutkins around today? Friends of his looking for him, said Bill cheerily. अब बिल फ्रीज ਦੇ ਸ਼ਾਪ 'ਤੇ ਜਾਂਦਾ ਹੈ ਔਰ ਕਹਿੰਦਾ ਹੈਗਾ ਕਿ ਤੁਸੀਂ ਅੱਜ ਓਲੀਵਰ ਲੁਟਕਿੰਸ ਨੂੰ ਆਸ-ਪਾਸ ਦੇਖਿਆ ਸੀਗਾ। ਉਹਦੇ ਫਰੈਂਡਸ ਉਹਨੂੰ ਦੇਖਦੇ ਹੈ ਔਰ ਬਿਲ ਹੱਸਦਾ ਹੋਇਆ ਕਹਿੰਦਾ ਹੈ, ਫਰੀਜ਼ look at me hiding behind Bill. He hesitated and then admitted, yes, he was in here a little while ago. Guess. He has gone over to Gustav to get a shave. अब फ्रीज ਲਾਇਰ ਨੂੰ ਦੇਖਦਾ ਹੈਗਾ, ਫਰੀਜ਼ ਦਾ ਸ਼ਾਪ ਹੈ ਤਾਂ ਜਿਹੜਾ ਸ਼ਾਪਕੀਪਰ ਹੈ ਉਹ ਲਾਇਰ ਨੂੰ ਦੇਖਦਾ ਹੈਗਾ ਔਰ ਮੈਂ ਆਪਣੇ ਆਪ ਨੂੰ ਬਿਲ ਦੇ ਪਿੱਛੇ ਹਾਈਡ ਕਰ ਰਿਹਾ ਸੀ, ਯਾਨੀ ਕਿ ਛੁਪਾ ਰਿਹਾ ਸੀ। ਥੋੜਾ ਸਾ ਹੈਜ਼ੀਟੇਟ ਹੋ ਕਰਕੇ ਫਿਰ ਕਹਿੰਦਾ ਹੈ, ਹਾਂ ਥੋੜੇ ਟਾਈਮ ਪਹਿਲੇ, ਲਿਟਲ ਵਾਈਲ ਐਗੋ ਯਾਨੀ ਕਿ ਥੋੜੇ ਟਾਈਮ ਪਹਿਲੇ ਉਹ ਇੱਥੇ ਹੀ ਸੀਗਾ। ਹੋ ਸਕਦਾ ਹੈਗਾ ਕਿ ਹੁਣ ਗੁਸਟੈਵ ਦੀ ਸ਼ਾਪ 'ਤੇ ਸ਼ੇਵਿੰਗ ਦੇ ਲਈ ਗਿਆ ਹੋ, ਯਾਨੀ ਕਿਸੇ ਦੂਜੇ ਸ਼ਾਪ 'ਤੇ ਗਿਆ ਹੋ ਸ਼ੇਵ ਕਰਾਉਣ ਦੇ ਲਈ। ਵੈਲ if he comes in, tell him I am looking for him. ਵਧੀਆ ਗੱਲ ਹੈ, ਪਰ ਜੇ ਉਹ ਆਇਆ ਤਾਂ ਉਹਨੂੰ ਕਹਿ ਦੀ ਕਿ ਮੈਂ ਉਹਨੂੰ ਲੱਭ ਰਿਹਾ। We drove to Gustav barber shop. Again, Bill went in first and I lingered at the door. He asked not only the suite but two customers if they had seen Lutkins. अब ਇੱਥੇ ਵੀ ਕੀ ਹੋ ਰਿਹਾ ਸੀ, ਕਹਿੰਦੇ ਕਿ ਇੱਥੇ ਜਦ ਦੁਬਾਰਾ ਸ਼ਾਪ 'ਤੇ ਆਪਾਂ ਪਹੁੰਚੇ ਦੈਨ ਉਹ ਕੀ ਕੀਤਾ, ਵੀ ਡਰੋਪ ਟੂ ਗੁਸਟਾਵ ਬਾਰਬਰ ਸ਼ਾਪ, ਆਪਾਂ ਅੰਦਰ ਪਹੁੰਚੇ। ਅਗੇਨ ਬਿਲ ਜਿਹੜਾ ਸੀਗਾ ਉਹ ਪਹਿਲੇ ਆਪ ਅੰਦਰ ਗਿਆ ਐਂਡ ਲਿੰਜਰ ਐਟ ਦਾ ਡੋਰ। ਇੱਥੇ ਲਿੰਜਰ ਦਾ ਮਤਲਬ ਹੈਗਾ ਕਿਸੇ ਨੂੰ ਵੇਟ ਕਰਾਉਣਾ, ਯਾਨੀ ਕਿ ਰੋਕ ਦੇਣਾ ਉਹਨੂੰ, ਕੀਪ ਸਟੈਂਡਿੰਗ ਕਰਨਾ, ਯਾਨੀ ਕਿ ਦਰਵਾਜ਼ੇ 'ਤੇ ਜਾਂ ਬਾਹਰ ਹੀ ਉਹਨੂੰ ਖੜਾ ਕਰ ਦੇਣਾ, ਉਹਨੂੰ ਦਰਵਾਜ਼ੇ 'ਤੇ ਹੀ ਰੋਕ ਦਿੰਦਾ ਹੈਗਾ। ਹੀ ਆਸਕਡ ਨਾਟ ਓਨਲੀ ਦ ਸਵੀਟ ਬਟ ਟੂ ਕਸਟਮਰਸ ਇਫ ਦੇ ਹੈਡ ਸੀਨ ਲੁਟਕਿੰਸ। ਸਿਰਫ ਔਰ ਸਿਰਫ ਉਹ ਸਵੇਟ ਯਾਨੀ ਕਿ ਜਿਹੜਾ ਉਹ ਬਾਰਬਰ ਵਾਲਾ ਕੰਮ ਕਰ ਰਿਹਾ ਸੀ ਕਿ ਉਸ ਪਰਸਨ ਤੋਂ ਹੀ ਨਹੀਂ, ਦੋ ਉੱਥੇ ਜਿਹੜੇ ਕਸਟਮਰ ਬੈਠੇ ਹੁੰਦੇ ਉਹਨਾਂ ਤੋਂ ਵੀ ਲੁਟਕਿੰਸ ਦੇ ਬਾਰੇ ਵਿੱਚ ਪੁੱਛਦਾ ਹੈਗਾ। The Swede had not. He said angrily, I haven't seen him and don't care to. But if you find him, you can just collect that $35 he owes me. अब ਜਿਹੜਾ ਸਵੀਟ ਸੀਗਾ ਉਹ ਗੁੱਸੇ ਦੇ ਵਿੱਚ ਆ ਕੇ ਕਹਿੰਦਾ, ਨਾ ਤਾਂ ਮੈਂ ਉਹਨੂੰ ਦੇਖਿਆ, ਨਾ ਮੈਨੂੰ ਕੋਈ ਫਰਕ ਪੈਂਦਾ ਹੈਗਾ, ਪਰ ਜੇ ਤੈਨੂੰ ਉਹ ਮਿਲ ਜਾਏ ਤਾਂ ਮੇਰੇ $35 ਜਿਹੜੇ ਉਹਦੇ 'ਤੇ ਉਧਾਰ ਹੈ ਉਹ ਮੈਨੂੰ ਲੈਣੇ ਹੈ। One of the customer thought he had seen Lutkins walking down Main Street this side of the hotel. ਪਰ ਇੱਕ ਉਹਦੇ ਵਿੱਚ ਜਿਹੜਾ ਕਸਟਮਰ ਸੀਗਾ ਉਹ ਕੀ ਕਹਿੰਦਾ ਹੈਗਾ ਕਿ ਉਹ ਲੁਟਕਿੰਸ ਨੂੰ ਦੇਖਿਆ ਸੀਗਾ, ਯਾਨੀ ਕਿ ਜਿਹੜਾ ਇੱਥੇ ਹੋਟਲ ਹੈ ਉਹਦੇ ਵਾਲੇ ਸਾਈਡ 'ਤੇ ਮੇਨ ਸਟਰੀਟ 'ਤੇ ਵਾਕ ਕਰਦਾ ਹੋਇਆ ਜਾ ਰਿਹਾ ਸੀਗਾ, ਯਾਨੀ ਵਾਕਿੰਗ ਡਾਊਨ ਮੇਨ ਸਟਰੀਟ ਦੇ ਥੱਲੇ ਹੋਟਲ ਵਾਲੇ ਸਾਈਡ ਤੋਂ ਵਾਕ ਕਰਦਾ ਹੋਇਆ ਜਾ ਰਿਹਾ ਸੀਗਾ। As we climbed back into the hack, Bill concluded that since Lutkin had exhausted his credit at Gustav, he had probably gone to Grey for a shave. अब ਜਦੋਂ ਆਪਾਂ ਦੁਬਾਰਾ ਹੈਕ 'ਤੇ ਚੜ੍ਹ ਰਹੇ ਹੁੰਦੇ हैं ਤਾਂ ਬਿਲ ਯਾਨੀ ਹੈਕ ਡਰਾਈਵਰ ਜਿਹੜਾ ਹੈਗਾ ਉਹ ਕੀ ਰਿਜ਼ਲਟ ਕੱਢਦਾ ਹੈਗਾ, ਉਹ ਕਹਿੰਦਾ ਹੈਗਾ ਕਿ ਲੁਟਕਿੰਸ ਨੇ ਹੋ ਸਕਦਾ ਹੈਗਾ ਕਿ ਗੁਸਟਾਵ ਦੀ ਸ਼ਾਪ 'ਤੇ ਜਿਹੜੀ ਉਧਾਰੀ ਲਿੱਤੀ ਹੈ ਉਹ ਚੁਕਾਇਆ ਨਹੀਂ ਹੈ, ਇਸ ਕਰਕੇ ਉੱਥੇ ਉਹ ਸ਼ੇਵ ਕਰਾਉਣ ਨਹੀਂ ਗਿਆ। ਅਬ ਹੋ ਸਕਦਾ ਹੈਗਾ ਉਹ ਸ਼ੇਵਿੰਗ ਦੇ ਲਈ ਗ੍ਰੇ ਦੀ ਸ਼ਾਪ 'ਤੇ ਗਿਆ ਹੋ। At Grey barber shop, we missed Lutkins by only 5 minutes. He had just left, probably for the pool room. At the pool room, it appeared that he had just bought a pack of cigarettes and gone out. अब ਉੱਥੇ ਬਿਲ ਕੀ ਕਹਿੰਦਾ ਹੈਗਾ, ਬਿਲ ਕਹਿੰਦਾ ਹੈਗਾ ਕਿ ਅਬ ਉਹਦੀ ਉਧਾਰੀ ਉੱਥੇ ਨਹੀਂ ਚੁੱਕੀ, ਇਸ ਕਰਕੇ ਦੂਜੀ ਸ਼ਾਪ 'ਤੇ ਚਲਾ ਗਿਆ ਹੋਊਗਾ। ਫਿਰ ਨਾਲ ਹੀ ਇਹ ਕਹਿੰਦਾ ਹੈਗਾ ਕਿ ਆਪਾਂ ਉਹਨੂੰ ਫੜ ਸਕਦੇ ਸੀਗੇ 5 ਮਿੰਟ ਤੋਂ ਹੀ ਆਪਾਂ ਪਿੱਛੇ ਹੋ ਗਏ, ਲੇਟ ਹੋ ਗਏ, ਯਾਨੀ ਕਿ ਜੇ 5 ਮਿੰਟ ਪਹਿਲੇ ਆ ਜਾਂਦੇ ਦੈਨ ਆਪਾਂ ਉੱਥੇ ਉਹਨੂੰ ਫੜ ਲੈਣਾ ਸੀਗਾ। ਅਬ ਹੀ ਹੈਡ ਜਸਟ ਲੇਫਟ ਪ੍ਰੋਬੇਬਲੀ ਫॉर
ਪੁਲ ਰੂਮ ਦਾ ਇੱਥੇ ਮਤਲਬ ਹੈਗਾ ਗੈਂਬਲਿੰਗ ਡੈਨ, ਯਾਨੀ ਕਿ ਜਿਹੜਾ ਜੂਆ ਖੇਲਣ ਵਾਲਾ ਅੱਡਾ ਹੁੰਦਾ ਹੈਗਾ ਜਿੱਥੇ ਕਾਰਡ ਵਗੈਰਾ ਖੇਲਦੇ ਹੁੰਦੇ ਉਹਨੂੰ ਕਹਿੰਦੇ ਪੁਲ ਰੂਮ। ਕਹਿੰਦਾ ਪੁਲ ਰੂਮ ਦੇ ਵਿੱਚ ਹੋ ਸਕਦਾ ਹੈਗਾ ਕਿ ਉਹ ਸੀਕਰੇਟ ਦਾ ਪੈਕ ਲੈ ਕੇ ਗਿਆ ਹੋ। ਸੋ ਵੀ ਪਰਸਿਊਡ ਹਿਮ ਜਸਟ ਬਿਹਾਈਂਡ ਹਿਮ ਬਟ ਨੇਵਰ ਕੈਚਿੰਗ ਹਿਮ ਫॉर ਐਨ ਆਰ till it was past 1 o'clock. I was hungry, but I had so enjoyed Bill Rough Country's opinion about his neighbors, and I scarcely cared whether I found Lutkins or not. अब फिर ਜਿਹੜਾ ਲਾਇਰ ਆਇਆ ਸੀਗਾ ਸ਼ਹਿਰ ਤੋਂ, ਉਹ ਉਹਨੂੰ ਫੋਲੋ ਕਰ ਰਿਹਾ ਸੀਗਾ, ਪਰ ਐਂ ਲੱਗ ਰਿਹਾ ਸੀਗਾ ਜਿਵੇਂ ਉਹ ਬਾਰ-ਬਾਰ ਹੀ ਲੁਟਕਿੰਸ ਨੂੰ ਫੋਲੋ ਤਾਂ ਕਰ ਰਹੇ ਆ, ਪਰ ਕੁਛ ਹੀ ਮਿੰਟ ਤੋਂ ਉਹਨੂੰ ਫੜਦੇ ਉਹ ਰਹਿ ਜਾਂਦੇ ਆ। ਇਸ ਤਰ੍ਹਾਂ ਕਰਦੇ ਕਹਿੰਦੇ ਕਿ ਪਾਸਟ 1 o'clock ਹੋ ਗਿਆ ਔਰ ਮੈਨੂੰ ਭੁੱਖ ਲੱਗਣੀ ਸ਼ੁਰੂ ਹੋ ਗਈ। ਬਿਲ ਦੀ ਜਿਹੜੀ ਰਫ ਕੰਟਰੀ ਮੈਨ ਦਾ ਓਪੀਨੀਅਨ, ਯਾਨੀ ਕਿ ਅੜੋਸੀ ਪੜੋਸੀ ਦੇ ਬਾਰੇ ਵਿੱਚ ਜਿਹੜੀ ਉਹਦੀ ਓਪੀਨੀਅਨ ਸੀਗੀ, ਸੋਚ ਸੀਗੀ, ਉਹ ਸਾਰੀਆਂ ਗੱਲਾਂ ਨੂੰ ਇੰਜੋਏ ਤਾਂ ਕਰ ਰਿਹਾ ਸੀਗਾ, ਪਰ ਫਿਰ ਵੀ ਲਾਇਰ ਨੂੰ ਇਹ ਡਰ ਸੀਗਾ ਕਿ ਉਹ ਵਿਲੀਅਮ ਲੁਟਕਿੰਸ ਨੂੰ ਲੱਭ ਪਾਊਗਾ ਕਿ ਨਹੀਂ ਪਾਊਗਾ, ਕਿਉਂਕਿ ਉਹਦੇ ਲਈ ਇਹ ਸਾਰੀ ਚੀਜ਼ਾਂ ਬਹੁਤ ਜ਼ਰੂਰੀ ਸੀਗੀਆਂ, ਉਹਦੇ ਜੌਬ ਦੇ ਲਈ, ਉਹਦੇ ਕੰਪਨੀ ਦੇ ਲਈ। ਤਾਂ ਸਮਹਾਓ ਉਹਨੂੰ ਇਸ ਗੱਲ ਨੂੰ ਲੈ ਕਰਕੇ ਟੈਨਸ਼ਨ ਹੋ ਰਹੀ ਸੀਗੀ, ਉਹ ਸਕਾਰਸਲੀ ਕੇਅਰ ਕਰ ਰਿਹਾ ਸੀਗਾ। ਉਹਨੂੰ ਲੱਗ ਰਿਹਾ ਸੀਗਾ ਕਿ ਚਲੋ ਕੋਈ ਨਾ, ਆਪਾਂ ਇੰਜੋਏ ਤਾਂ ਕਰ ਰਹੇ ਨਾ। How about something to eat? I suggested. Let's go to the restaurant and I will buy you lunch. Well, I ought to go home to the wife. I don't care much for these restaurants. Only 4 of them and they will all bad. Tell you what we will do. We will get the wife to pack up a lunch for us, so we won't charge you more than $50, and it would cost you more for a greasy meal in a restaurant, and we will go up to the Waits Hill and enjoy the view while we eat. अब ਉਹ ਕੀ ਕਹਿੰਦਾ ਹੈਗਾ, ਜਿਹੜਾ ਲਾਇਰ ਸੀਗਾ ਉਹ ਕਹਿੰਦਾ ਹੈਗਾ ਕਿ ਚਲੋ ਆਪਾਂ ਰੈਸਟੋਰੈਂਟ ਚੱਲਦੇ ਹਾਂ, ਉੱਥੇ ਜਾ ਕਰਕੇ ਲੰਚ ਕਰਾਂਗੇ। ਔਰ ਲਾਇਰ ਕਹਿੰਦਾ ਮੈਂ ਤੇਰੇ ਲਈ ਲੰਚ ਖਰੀਦ ਦੇਣਾ। अब बिल की कहता है कि नहीं, मैं बाहर खाना घट पसंद करता, मैं अपनी वाइफ के हाथ का खाना बनया होया पसंद करता है खाना, क्योंकि इतने 4 रेस्टोरेंट है और सारे ਇਹਦਾ ਖਾਣਾ ਬਹੁਤ ਖਰਾਬ ਹੁੰਦਾ ਹੈਗਾ। ਕਹਿੰਦਾ ਮੈਂ ਤੁਹਾਨੂੰ ਦੱਸਦਾ ਹੈਗਾ ਕਿ ਤੁਸੀਂ ਮੇਰੀ ਵਾਈਫ ਦਾ ਪੈਕ ਕੀਤਾ ਹੋਇਆ ਖਾਣਾ ਖਾਓ, ਉੱਥੋਂ ਹੀ ਖਾਣਾ ਮੰਗਵਾਉਂਦੇ ਆ, ਉੱਥੇ ਤੁਹਾਨੂੰ ਜ਼ਿਆਦਾ ਪੈਸੇ ਵੀ ਨਹੀਂ ਦੇਣੇ ਪੈਣਗੇ, ਸਿਰਫ $50 ਹੀ ਦੇਣਾ ਪਊਗਾ, ਔਰ ਉੱਥੇ ਖਾਣਾ ਬਹੁਤ ਵਧੀਆ ਹੋਊਗਾ, ਯਾਨੀ ਕਿ ਗ੍ਰੀਸੀ ਮੀਲ ਨਹੀਂ ਹੋਊਗਾ, ਆਇਲੀ ਫੂਡ ਨਹੀਂ ਹੋਊਗਾ ਰੈਸਟੋਰੈਂਟ ਦਾ ਜਿਵੇਂ ਹੁੰਦਾ ਹੈਗਾ। ਔਰ ਉਸ ਤੋਂ ਬਾਅਦ ਆਪਾਂ ਖਾਣਾ ਲੈ ਕਰਕੇ ਵੇਟਸ ਹਿਲ ਦੇ ਟੌਪ 'ਤੇ ਜਾਵਾਂਗੇ ਔਰ ਵਿਊ ਦੇਖਦੇ ਹੋਏ ਖਾਣੇ ਨੂੰ ਇੰਜੋਏ ਕਰਾਂਗੇ। ਦੈਨ I know that Bill's helplessness to the young fellow from the city was not entirely a matter of brotherly love. I was paying him for his time and I paid him for 6 hours, including the lunch hour, at what was then a very high price. ਕਹਿੰਦੇ ਆ ਬਿਲ ਦਾ ਜਿਹੜਾ ਹੈਲਪਫੁਲਨੈਸ ਸੀਗਾ ਉਹ ਯੰਗ ਫੈਲੋ ਦਾ, ਉਹ ਕਿਸੇ ਸਿਟਿੰਗ ਮੈਨ ਦੇ ਲਈ ਇੱਕ ਬ੍ਰਦਰਲੀ ਲਵ ਦਾ ਮੈਟਰ ਨਹੀਂ ਸੀਗਾ। ਕਹਿੰਦੇ ਮੈਨੂੰ ਪਤਾ ਸੀਗਾ ਕਿ ਮੈਂ ਉਹਨੂੰ ਸਿਰਫ ਟਾਈਮ ਦੇ ਲਈ ਪੇ ਕਰ ਰਿਹਾ, ਨਾ ਕਿ ਉਹ ਮੇਰੀ ਜਿਹੜੀ ਹੈਲਪ ਕਰ ਰਿਹਾ ਉਹਦੇ ਲਈ ਪੇ ਕਰ ਰਿਹਾ। ਸੋ ਮੈਂ 6 ਘੰਟੇ ਦੇ ਲਈ ਉਹਨੂੰ ਪੇ ਕੀਤਾ ਔਰ ਲੰਚ ਆਰਸ ਦਾ ਵੀ ਮੈਂ ਉਹਨੂੰ ਪੇ ਕੀਤਾ, ਐਟ ਵਾਟ ਵਾਜ਼ ਦੈਨ ਅ ਵੈਰੀ ਹਾਈ ਪ੍ਰਾਈਸ। ਕਹਿੰਦੇ ਕਿ ਫਿਰ ਮੈਨੂੰ ਲੱਗ ਰਿਹਾ ਸੀਗਾ ਕਿ ਬਹੁਤ ਜ਼ਿਆਦਾ ਪੈਸਾ ਤਾਂ ਨਹੀਂ ਹੈ, ਬਟ ਹੀ ਵਾਜ਼ ਨੋ ਮੋਰ ਡਿਸਓਨੈਸਟ ਦੈਨ ਆਈ ਚਾਰਜ ਦਾ ਹੋਲ ਥਿੰਗ ਟੂ ਦਾ ਫਰਮ। ਕਹਿੰਦੇ ਉਹ ਮੇਰੇ ਤੋਂ ਘੱਟ ਹੀ ਬੇਈਮਾਨ ਸੀਗਾ, ਕਿਉਂਕਿ ਮੈਂ ਤਾਂ ਜਿਹੜਾ ਪੇ ਕਰ ਰਿਹਾ ਸੀਗਾ ਉਹ ਸਾਰਾ ਬਿੱਲ ਮੇਰੀ ਕੰਪਨੀ ਨੇ ਪੇ ਕਰਨਾ ਸੀਗਾ, but it would have been worth paying him myself to have his presence. His cheerful country wisdom was very refreshing to a country boy like myself who was sick of the city. ਕਹਿੰਦਾ ਕਿ ਫਿਰ ਮੈਨੂੰ ਉਹਨੂੰ ਪੇ ਕਰਕੇ ਬਹੁਤ ਖੁਸ਼ੀ ਹੋ ਰਹੀ ਸੀਗੀ, ਮੈਨੂੰ ਵਰਥਫੁਲ ਲੱਗ ਰਿਹਾ ਸੀਗਾ, ਕਿਉਂਕਿ ਉਹਦਾ ਚੇਅਰਫੁਲ ਨੇਚਰ, ਉਹਦਾ ਦਿਮਾਗ ਔਰ ਕੰਟਰੀ ਬॉय ਯਾਨੀ ਕਿ ਗਾਂਵ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਸਿੱਧਾ ਸਾਦਾ ਨੇਚਰ ਜਿਹੜਾ ਹੈਗਾ ਉਹ ਸ਼ਹਿਰ 'ਤੇ ਰਹਿਣ ਵਾਲੇ ਕੰਟਰੀ ਬॉय ਦੇ ਨੇਚਰ ਨੂੰ, ਯਾਨੀ ਕਿ ਮੇਰੇ ਨੇਚਰ ਨੂੰ ਰਿਫਰੈਸ਼ ਕਰ ਰਿਹਾ ਸੀਗਾ, ਮੈਨੂੰ ਖੁਸ਼ੀ ਦੇ ਰਿਹਾ ਸੀਗਾ, ਕਿਉਂਕਿ ਮੈਂ ਆਲਰੇਡੀ ਸਿਟੀ ਦੇ ਮਾਹੌਲ ਤੋਂ ਬਹੁਤ ਜ਼ਿਆਦਾ ਫੈਡ ਅਪ ਹੋ ਚੁੱਕਿਆ ਸੀਗਾ, ਸਿੱਖ ਹੋ ਚੁੱਕਿਆ ਸੀਗਾ। ਸੋ ਐਜ਼ ਵੀ ਸੈਟ ਔਨ ਦਾ ਹਿਲ ਟੌਪ ਲੁਕਿੰਗ ਓਵਰ ਦਾ ਪਾਸਚਰ ਐਂਡ creek which slept among the trees, he talked of New Million and painted a picture in the words of all the people in it. ਜਦੋਂ ਆਪਾਂ ਪਹਾੜੀ ਦੇ ਟੌਪ 'ਤੇ ਬੈਠੇ, ਉੱਥੋਂ ਮੈਨੂੰ ਪਾਸਚਰ ਲੈਂਡ ਯਾਨੀ ਕਿ ਖੇਤ ਦੂਰ ਦੂਰ ਤੱਕ ਸਾਰਾ ਕੁਝ ਦਿਸ ਰਿਹਾ ਸੀਗਾ, ਟਰੀਜ਼ ਵਗੈਰਾ, ਔਰ ਇਹ ਮੈਨੂੰ ਨਿਊ ਮਿਲੀਅਨ ਯਾਨੀ ਕਿ ਗਾਂਵ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਬਾਰੇ ਮੈਂ ਦੱਸ ਰਿਹਾ ਸੀਗਾ, ਔਰ ਆਪਣੀ ਗੱਲਾਂ ਤੋਂ ਸਾਰਿਆਂ ਦਾ ਮੈਨੂੰ ਇਨਫੋਰਮੇਸ਼ਨ ਦੇ ਰਿਹਾ ਸੀਗਾ। ਹੀ ਨੋਟਿਸਡ everything, but no matter how much he might laugh at people, he also understood and forgave their foolishness. ਕਹਿੰਦੇ ਉਹ ਸਾਰੀ ਚੀਜ਼ਾਂ ਨੂੰ ਨੋਟਿਸ ਕਰਦਾ ਸੀਗਾ, ਲੋਕਾਂ ਦੇ ਬੇਵਕੂਫੀ ਦੇ ਉੱਤੇ ਹੱਸਦਾ ਸੀਗਾ।
ਕਈ ਵਾਰ ਉਹ ਅੰਡਰਸਟੂਡ ਕਰਦਾ ਸੀਗਾ ਔਰ ਉਹਨਾਂ ਨੂੰ ਭੁੱਲ ਜਾਂਦਾ ਸੀਗਾ ਕਿ ਲੋਕ ਵਿਲੇਜ ਦੇ ਕਿਵੇਂ ਔਰ ਕਿੰਨੇ ਜ਼ਿਆਦਾ ਬੇਵਕੂਫ ਹੁੰਦੇ ਆ। He described the minister's wife who sang the loudest in the church when she was most in debt. He commented on the boys who came back from the college in fancy clothes. ਯਾਨੀ ਕਿ ਮਿਨਿਸਟਰ ਦੀ ਵਾਈਫ ਜਦੋਂ ਬਹੁਤ ਜ਼ਿਆਦਾ ਕਰਜ਼ ਦੇ ਵਿੱਚ ਸੀਗੇ ਤਾਂ ਉਹ ਚਰਚ ਦੇ ਵਿੱਚ ਕਿੰਨਾ ਉੱਚਾ ਉੱਚਾ ਗਾ ਰਹੀ ਸੀਗੀ, ਉਹਦੇ ਬਾਰੇ ਮੈਂ ਮੈਨੂੰ ਦੱਸ ਰਿਹਾ ਸੀਗਾ। ਕਹਿੰਦਾ ਇੱਕ ਬੱਚਾ ਜਦੋਂ ਕਾਲਜ ਤੋਂ ਵਾਪਸ ਆਇਆ ਸੀਗਾ ਤਾਂ ਉਹ ਕਿਸ ਤਰ੍ਹਾਂ ਦਾ ਫੈਂਸੀ ਕਲੋਥਸ ਪਾ ਕੇ ਗਾਉਂ 'ਤੇ ਘੁੰਮ ਰਿਹਾ ਸੀਗਾ। ਇੱਕ ਲਾਇਰ ਦੀ ਕਹਾਣੀ ਵੀ ਉਹ ਦੱਸਦਾ ਹੈਗਾ। He told about the lawyer whose wife could never succeed in getting him to put on both a collar and a tie on the same day. He made them all live. On that day, I came to know New Million better than I did the city and to love it better. ਲਾਇਰ ਦੀ ਵਾਈਫ ਨੇ ਬਹੁਤ ਕੋਸ਼ਿਸ਼ ਕੀਤੀ ਸੀਗੀ ਕਿ ਉਹ ਬੋ ਔਰ ਟਾਈ ਨਾਲ ਹੀ ਲਗਾਏ, ਪਰ ਉਹ ਕਦੇ ਵੀ ਨਹੀਂ ਲਗਾ ਪਾਇਆ। ਕਹਿੰਦੇ ਇਹ ਸਾਰਾ ਕੁਝ ਸੁਣ ਕਰਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀਗਾ ਔਰ ਨਿਊ ਮਿਲੀਅਨ ਦਾ ਆਹ ਦਿਨ ਮੈਨੂੰ ਹਮੇਸ਼ਾ ਯਾਦ ਰਹੂਗਾ ਕਿਉਂਕਿ ਮੈਂ ਬਹੁਤ ਖੁਸ਼ ਸੀਗਾ ਔਰ ਮੇਰੀ ਸ਼ਹਿਰ ਦੇ ਲਾਈਫ ਦੇ ਕੰਪੈਰੀਜ਼ਨ ਤੋਂ ਬਹੁਤ ਹੀ ਬੈਟਰ ਸੀਗਾ। Bill did not know about colleges and cities, but he had traveled around a lot of the country and he had had a lot of jobs. From his adventure, he had brought back a philosophy of simplicity and laughter, and he strengthened me. ਕਹਿੰਦੇ ਬਿਲ ਜਿਹੜਾ ਸੀਗਾ ਕਾਲਜ ਜਾਂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਰਿਹਾ, ਪਰ ਬਹੁਤ ਸਾਰੀ ਕੰਟਰੀ ਦੇ ਵਿੱਚ ਟਰੈਵਲ ਕਰਕੇ ਆਇਆ ਸੀਗਾ। ਉਹਨੂੰ ਬਹੁਤ ਸਾਰੇ ਜੌਬ ਦਾ ਐਕਸਪੀਰੀਅੰਸ ਸੀਗਾ। ਆਪਣੇ ਐਡਵੈਂਚਰਸ ਤੋਂ ਉਹ ਆਪਣੀ ਫਿਲੋਸਫੀ ਬਣਾ ਕੇ ਚੱਲ ਰਿਹਾ ਸੀਗਾ, ਯਾਨੀ ਕਿ ਬਹੁਤ ਜ਼ਿਆਦਾ ਹੱਸੋ ਅਤੇ ਬਹੁਤ ਸਿੰਪਲ ਰਹੋ। ਔਰ ਇਸ ਚੀਜ਼ ਤੋਂ ਮੈਨੂੰ ਬਹੁਤ ਜ਼ਿਆਦਾ ਤਾਕਤ ਮਿਲੀ, ਯਾਨੀ ਕਿ ਮੈਨੂੰ ਸਟਰੈਂਥ ਮਿਲ ਰਿਹਾ ਸੀ। We left that peaceful scene of meadow and woods and resumed our search of Oliver Lutkins. We could not find him. At last, Bill cornered a friend of Lutkins and made him admit what he guessed. ਕਹਿੰਦੇ ਆਪਾਂ ਉਹ ਪੀਸਫੁਲ ਸੀਨ ਜਿਹੜਾ ਮੇਡੋ ਦਾ ਸੀਗਾ, ਵੁੱਡ ਦਾ ਖੇਤ, ਲੱਕੜੀਆਂ, ਜਿਹੜੇ ਪੇੜ ਪੌਦੇ ਦਿਸ ਰਹੇ ਸੀਗੇ, ਉਹ ਲੈਫਟ ਕਰਕੇ ਵਾਪਸ ਆ ਗਏ ਔਰ ਰਿਜ਼ਿਊਮ ਕੀ ਕੀਤਾ, ਓਲੀਵਰ ਲੁਟਕਿੰਸ ਨੂੰ ਲੱਭਣਾ। ਬਟ ਵੀ ਕੁਡ ਨਾਟ ਫਾਈਂਡ ਹਿਮ, ਪਰ ਉਹਨੂੰ ਆਪਾਂ ਲੱਭ ਨਹੀਂ ਪਾਏ। ਐਟ ਲਾਸਟ ਬਿਲ ਕਾਰਨਰ ਅ ਫਰੈਂਡ ਆਫ ਲੁਟਕਿੰਸ ਐਂਡ ਮੇਡ ਹਿਮ ਐਡਮਿਟ ਵਾਟ ਹੀ ਗੇਸਡ। ਓਲੀਵਰ ਗੋਨ ਆਊਟ ਟੂ ਹਿਜ਼ ਮਦਰਸ ਫਾਰਮ 3 miles north. We drove out there laying plans. ਔਰ ਐਟ ਲਾਸਟ ਦੇ ਵਿੱਚ ਬਿਲ ਨੇ ਉਹਦੇ ਕਿਸੇ ਫਰੈਂਡ ਦੇ ਨਾਲ ਇੱਕ ਕਨਵਿੰਸ ਕਰਾਇਆ ਕਿ ਉਹਨੂੰ ਲੱਗਦਾ ਹੈਗਾ, ਗੈਸ ਕਰ ਰਿਹਾ ਕਿ ਹੋ ਸਕਦਾ ਹੈਗਾ ਕਿ ਬਿਲ ਜਿਹੜਾ ਹੈਗਾ ਉਹ ਓਲੀਵਰ ਲੁਟਕਿੰਸ ਆਪਣੇ ਮਦਰ ਦੇ ਫਾਰਮ 'ਤੇ ਗਿਆ ਹੋ ਉਹਨੂੰ ਮਿਲਣ ਦੇ ਲਈ, ਔਰ ਉਹਦੀ ਮਦਰ ਦਾ ਫਾਰਮ 3 miles ਹੈ ਨਾਰਥ ਸਾਈਡ 'ਤੇ। ਔਰ ਫਿਰ ਆਪਾਂ ਉੱਥੇ ਚੱਲ ਪਏ, ਯਾਨੀ ਕਿ ਉਹਨੂੰ ਲੱਭਦੇ ਹੋਏ ਉਹਦੇ ਮਦਰ ਦੇ ਫਾਰਮ 'ਤੇ ਚੱਲ ਪਏ। I know Oliver's mother's. She's a terror. Bill sighed. I took a trunk out there for her once, and she almost took my skin off because I didn't treat it like a box of eggs. She's about 9 feet tall and 4 feet thick and quick as a cat, and she sure can talk. I will bet Oliver heard that somebody chasing him, and he has gone on there to hide behind his mother's skirt. कहता है आई नो। अब वो क्या कहता है कि मैंने ओलिवर दे मदर दे बारे में पता। वो बहुत ही ज़्यादा गुस्से वाली लेडी है और गहरी साह लेकर के कहता है कि एक बारी मैं ट्रंक लेकर के गया सीगा और वो ऑलमोस्ट मेरे ते इन्ना नाराज़ होए जिवें मैनूं लग रहा सीगा मेरा स्किन ही कढ़ लैणगे। क्योंकि मैं उन्होंने एग दे बॉक्स दे वांगू ट्रीट नहीं किया सीगा। ਉਹ 9 feet ਟਾਲ ਹੈਗੇ ਆ, 4 feet ਮੋਟੇ ਹੈਗੇ ਆ, ਕੈਟ ਵਾਂਗੂ ਕੁਇਕ ਹੈਗੇ ਆ। ਕਹਿੰਦੇ ਉਹ ਡੈਫੀਨੇਟਲੀ ਉਹ ਬਹੁਤ ਜ਼ਿਆਦਾ ਗੱਲਾਂ ਕਰਦੇ ਆ। ਕਹਿੰਦੇ ਮੈਂ ਸ਼ਰਤ ਲਗਾ ਰਿਹਾ, ਆਈ ਵਿਲ ਬੈਟ ਓਲੀਵਰ ਹਰਟ ਸਮਬਡੀ ਚੀਜ਼ਿੰਗ, ਕਿ ਮੈਨੂੰ ਪਤਾ ਲੱਗਿਆ, ਓਲੀਵਰ ਨੂੰ ਪਤਾ ਲੱਗਿਆ ਹੈ ਕਿ ਕੋਈ ਨਾ ਕੋਈ ਤਾਂ ਉਹਦਾ ਪਿੱਛਾ ਕਰ ਰਿਹਾ, ਇਸ ਕਰਕੇ ਉਹ ਆਪਣੇ ਮਦਰ ਦੇ ਕੋਲ ਜਾ ਕਰਕੇ ਛਿਪ ਗਿਆ। ਵੈਲ we will try her, but you had better let me to do it, boy. You may be great at literature and law, but you haven't had real training in swearing. ਫਿਰ ਕਹਿੰਦਾ ਹੈਗਾ ਕਿ ਮੈਂ ਤੁਹਾਡੇ ਤੋਂ ਸ਼ਰਤ ਲਗਾ ਰਿਹਾ ਕਿ ਤੁਸੀਂ ਆਹ ਚੀਜ਼ ਜਿਹੜੀ ਹੈ ਮੈਨੂੰ ਵੀ ਟਰਾਈ ਕਰਨ ਦਿਓ, ਕਿਉਂਕਿ ਹੋ ਸਕਦਾ ਹੈਗਾ ਕਿ ਤੁਸੀਂ ਲਿਟਰੇਚਰ ਅਤੇ ਲਾਅ ਦੀ ਬਹੁਤ ਵਧੀਆ ਪੜ੍ਹਾਈ ਕੀਤੀ ਹੋ, ਪਰ ਤੁਹਾਨੂੰ ਜਿਹੜੀ ਗਾਲੀ ਵਗੈਰਾ ਦੇਣਾ ਹੁੰਦਾ ਹੈਗਾ ਨਾ, ਗੁੱਸਾ, ਨਾਰਾਜ਼ਗੀ, ਕਿਸੇ ਨੂੰ ਸਵੇਰ ਕਰਨਾ ਹੁੰਦਾ ਹੈਗਾ, ਉਹਦੇ ਵਿੱਚ ਮੈਂ ਡੈਫੀਨੇਟਲੀ ਕੌਨਫੀਡੈਂਟ ਹੈ ਕਿ ਇਸ ਚੀਜ਼ ਦਾ ਕਾਲਿੰਗ ਨੇਮਸ ਨੂੰ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਡੀਲ ਨਹੀਂ ਕਰ ਸਕਦੇ ਹੋ, ਯਾਨੀ ਕਿ ਇਸ ਰਫ ਲੈਂਗੁਏਜ 'ਤੇ ਤੁਸੀਂ ਗੱਲ ਨਹੀਂ ਕਰ ਸਕਦੇ ਹੋ। ਸਵੇਰਿੰਗ ਦਾ ਮਤਲਬ ਗਾਲ ਕੱਢਣਾ ਜਾਂ ਫਿਰ ਕਾਲਿੰਗ ਨਹੀਂ। We drove into a poor farmyard. We were faced by an enormous and cheerful old woman. My guide bravely went up to her and said, "Remember me, I am Bill Magnuson, the carter and the hackman. I want to find your son Oliver." ਕਹਿੰਦੇ ਆਪ ਆਪਾਂ ਫਾਰਮ ਯਾਰਡ 'ਤੇ ਪਹੁੰਚ ਗਏ।
ਔਰ ਵੀ ਵਰ ਫੇਸਡ ਬਾਈ ਇਨੋਰਮਸ ਐਂਡ ਚੇਅਰਫੁਲ। ਫਿਰ ਉਸ ਤੋਂ ਬਾਅਦ ਆਪਾਂ ਉਹਦੀ ਮਦਰ ਤੋਂ ਮਿਲੇ, ਜਿਹੜੇ ਬਾਰੇ ਮੈਂ ਆਲਰੇਡੀ ਸੁਣ ਚੁੱਕਿਆ ਸੀਗਾ, ਔਰ ਮੇਰੇ ਗਾਈਡ ਨੇ, ਯਾਨੀ ਕਿ ਉਹ ਕਹਿੰਦਾ ਹੈਗਾ ਕਿ ਜਿਵੇਂ ਮੈਨੂੰ ਸੁਜੈਸ਼ਨ ਦਿੱਤਾ ਗਿਆ ਸੀਗਾ ਜਾ ਕਰਕੇ ਮੈਂ ਉੱਥੇ ਕੀ ਕਹਿੰਦਾ ਹੈਗਾ ਕਿ ਯਾਦ ਆ, ਮੇਰਾ ਨਾਮ ਬਿਲ ਮੈਗਨੂਸਨ ਆ, ਮੈਂ ਇੱਕ ਕਾਰਟਰ ਔਰ ਹੈਕਮੈਨ ਆ, ਮੈਂ ਤੁਹਾਡੇ ਸਨ ਨੂੰ ਯਾਨੀ ਕਿ ਓਲੀਵਰ ਲੁਟਕਿੰਸ ਨੂੰ ਲੱਭ ਰਿਹਾ। ਆਈ ਡੋਂਟ ਨੋ ਐਨੀਥਿੰਗ ਅਬਾਊਟ ਓਲੀਵਰ ਐਂਡ ਆਈ ਡੋਂਟ ਵਾਂਟ ਟੂ, ਸ਼ੀ ਸ਼ਾਊਟਡ। ਉਹ ਗੁੱਸੇ 'ਤੇ ਆ ਕੇ ਚਿੱਖੇ ਮਾਰਦੀ ਹੋਈ ਕਹਿੰਦੀ ਹੈ ਕਿ ਮੈਨੂੰ ਤਾਂ ਓਲੀਵਰ ਦੇ ਬਾਰੇ ਕੁਝ ਨਹੀਂ ਪਤਾ ਔਰ ਨਾ ਹੀ ਮੈਂ ਜਾਣਨਾ ਚਾਹੁੰਦੀ ਹਾਂ। ਨਾਓ ਲੁੱਕ ਹੀਅਰ, we have had just about enough nonsense. This young man represents the court in the city and we have a legal right to search all properties for this Oliver Lutkins. अब उस तो बाद बिल की कहता हैगा कि ऑलरेडी ਆਪਾਂ ਬਹੁਤ ਜ਼ਿਆਦਾ ਉਹਨੂੰ ਲੱਭ ਚੁੱਕੇ ਹਾਂ ਔਰ ਇਸ ਯੰਗ ਮੈਨ ਨੂੰ ਸ਼ਹਿਰ ਦੇ ਕੋਰਟ 'ਤੇ ਰਿਪਰੈਜ਼ੈਂਟ ਹੋਣਾ ਹੈਗਾ, ਜਾਣਾ ਹੈਗਾ ਐਜ਼ ਅ ਵਿਟਨੈਸ, ਔਰ ਆਪਣੇ ਕੋਲ ਲੀਗਲ ਰਾਈਟ ਹੈ ਕਿ ਤੁਹਾਡੀ ਸਾਰੀ ਪ੍ਰੋਪਰਟੀ ਦੇ ਵਿੱਚ ਉਹਨੂੰ ਆਪਾਂ ਲੱਭੀਏ। Bill made me sound very important and the woman was impressed. She retired into the kitchen and we followed. She seized an iron from the old-fashioned stove and marched on us shouting, "You search all you want to if you don't mind getting burnt first," she shouted and laughed at our frightened retreat. ਬਿਲ ਨੇ ਮੈਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਬਣਾ ਦਿੱਤਾ ਸੀਗਾ ਔਰ ਮੈਨੂੰ ਲੱਗਿਆ ਕਿ ਵੂਮਨ ਜਿਹੜੀ ਹੈ ਉਹ ਇੰਪ੍ਰੈਸਡ ਹੋ ਗਈ ਹੋਊਗੀ, ਬਟ ਉਹ ਕੀ ਕਰਦੀ ਹੈ, ਮੁੜ ਕੇ ਵਾਪਸ ਕਿਚਨ 'ਤੇ ਜਾਂਦੀ ਹੈ ਔਰ ਉੱਥੇ ਆਪਣੇ ਪੁਰਾਣੇ ਸਟੋਵ ਤੋਂ ਇੱਕ ਆਇਰਨ ਦਾ ਸਟਿਕ ਕੱਢ ਦਿੰਦੀ ਹੈ ਜਿਹੜਾ ਬਹੁਤ ਗਰਮ ਹੁੰਦਾ ਹੈਗਾ, ਔਰ ਉਹਨੂੰ ਲੈ ਕਰਕੇ ਸਾਨੂੰ ਮਾਰਨ ਦੇ ਲਈ ਭੱਜਦੀ ਹੈ, ਚਿੱਖੇ ਮਾਰਦੀ ਹੈ, ਅੱਛਾ ਤੁਸੀਂ ਮੇਰੇ ਘਰ ਨੂੰ ਸਰਚ ਕਰੋਗੇ, ਪਰ ਉਸ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਜਲਾ ਦੂੰ। ਚਿੱਖੇ ਮਾਰਦੀ ਹੋਈ ਉਹ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ। ਲੈਟਸ ਗੈਟ ਆਊਟ ਆਫ ਹੀਅਰ, she will murder us, Bill whispered. Outside, he said. Did you see her smile? She was laughing at us. ਉਹ ਕਹਿੰਦੇ ਕਿ ਬਿਲ ਕੀ ਕਹਿੰਦਾ ਕਿ ਇੱਥੋਂ ਭੱਜ ਲਓ ਨਹੀਂ ਤਾਂ ਸਾਡਾ ਮਰਡਰ ਕਰ ਦੂਗੀ। ਬਿਲ ਹੌਲੀ ਹੌਲੀ ਬੋਲਦਾ ਹੈਗਾ। ਜਦੋਂ ਬਾਹਰ ਜਾਂਦੇ ਆ ਤਾਂ ਲਾਇਰ ਕਹਿੰਦਾ ਹੈਗਾ ਕਿ ਤੂੰ ਉਸ ਲੇਡੀ ਨੂੰ ਦੇਖਿਆ ਸੀਗਾ, ਉਹ ਸਾਨੂੰ ਦੇਖ ਕਰਕੇ ਸਮਾਈਲ ਕਰ ਰਹੀ ਸੀਗੀ, ਯਾਨੀ ਕਿ ਸਾਡੇ 'ਤੇ ਹੱਸ ਰਹੀ ਸੀਗੀ। I agree that it was pretty disrespectful treatment. We did, however, search the house since it was only one story high. Bill went round it, peering in at all the window. We examined the barn and stable. ਕਹਿੰਦਾ ਮੈਂ ਐਗਰੀ ਕਰਦਾ ਹੈਗਾ ਕਿ ਇਹ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਵਾਲੀ ਗੱਲ ਹੈ, ਕਹਿੰਦਾ ਪਰ ਫਿਰ ਵੀ ਆਪਾਂ ਸਰਚ ਕਰਨ ਦੇ ਲਈ ਆਏ ਹਾਂ। ਇਸ ਸਟੋਰੀ ਘਰ ਦਾ ਸਟੋਰੀ ਜਿਹੜਾ ਹੈਗਾ ਉਹ 1 ਸਟੋਰੀ ਬਿਲਡਿੰਗ ਹੈ, ਇਹ ਬਹੁਤ ਜ਼ਿਆਦਾ ਉੱਚਾ ਨਹੀਂ ਹੈ, ਇਸ ਕਰਕੇ ਆਪਾਂ ਅੰਦਰ ਵਿੰਡੋ ਤੋਂ ਝਾਂਕ ਕੇ ਦੇਖ ਲੈਂਦੇ ਹਾਂ ਔਰ ਉਸ ਤੋਂ ਬਾਅਦ ਆਪਾਂ ਬਾਰਨ ਔਰ ਸਟੇਬਲ ਯਾਨੀ ਕਿ ਜਿੱਥੇ ਐਨੀਮਲਸ ਵਗੈਰਾ ਰੱਖੇ ਜਾਂਦੇ ਆ ਉੱਥੇ ਵੀ ਜਾ ਕਰਕੇ ਆਪਾਂ ਚੈੱਕ ਕਰਾਂਗੇ। So we were reasonably certain that Lutkins was not there. It was nearly time for me to catch the afternoon train and Bill drove me to the station. ਔਰ ਆਪਾਂ ਆਲਮੋਸਟ ਸ਼ਿਓਰ ਹੋ ਚੁੱਕੇ ਸੀਗੇ ਕਿ ਬਿਲ ਉੱਥੇ ਨਹੀਂ ਹੈ ਔਰ ਉਸ ਤੋਂ ਬਾਅਦ ਮੇਰੇ ਟ੍ਰੇਨ ਦਾ ਟਾਈਮ ਹੋ ਗਿਆ, ਇਸ ਕਰਕੇ ਬਿਲ ਮੈਨੂੰ ਸਟੇਸ਼ਨ ਛੱਡ ਕੇ ਆ ਗਿਆ। On the way to the city, I worried very little over my failure to find Lutkins. I was too busy thinking about Bill Magnuson. Really, I consider returning to New Mullion to practice law. If I had found Bill, so deep and richly human, might I not grow to love Fritz and Gustav and 100 other slow-spoken, simple, wise neighbors. ਜਦੋਂ ਮੈਂ ਸ਼ਹਿਰ ਤੋਂ ਵਾਪਸ ਆ ਰਿਹਾ ਸੀਗਾ ਤਾਂ ਮੈਂ ਫੇਲ ਹੋ ਗਿਆ ਸੀਗਾ, ਯਾਨੀ ਕਿ ਲੁਟਕਿੰਸ ਨੂੰ ਤਾਂ ਲੱਭ ਨਹੀਂ ਪਾਇਆ ਸੀਗਾ, ਪਰ ਮੈਂ ਆਪਣੀ ਫੇਲੀਅਰ ਦੇ ਬਾਰੇ ਵੀ ਨਹੀਂ ਸੋਚ ਰਿਹਾ ਸੀਗਾ। ਮੈਂ ਸਾਰਾ ਟਾਈਮ ਕੀ ਸੋਚਦਾ ਰਿਹਾ, ਬਿਲ ਮੈਗਨੂਸਨ ਦੇ ਬਾਰੇ ਵਿੱਚ, ਔਰ ਕੰਸੀਡਰ ਕਰਦਾ ਰਿਹਾ ਕਿ ਨਿਊ ਮੂਲੀਅਨ 'ਤੇ ਆ ਕਰਕੇ ਮੈਂ ਆਪਣੀ ਲਾਅ ਦੀ ਪ੍ਰੈਕਟਿਸ ਸ਼ੁਰੂ ਕਰ ਦੇਣਾ। ਇਫ ਆਈ ਹੈਡ ਫਾਊਂਡ ਬਿਲ, ਕਹਿੰਦੇ ਕਿ ਜੇ ਮੈਂ ਬਿਲ ਨੂੰ ਫੜ ਲੈਂਦਾ, ਪਤਾ ਲੱਗ ਜਾਂਦਾ, ਦੈਨ ਹੋ ਸਕਦਾ ਹੈਗਾ ਮੈਨੂੰ ਫਰੀਜ਼ ਦੇ ਸ਼ੌਪ 'ਤੇ ਨਾ ਜਾਣਾ ਪਏ, ਗੁਸਟਾਵ 'ਤੇ ਨਾ ਜਾਣਾ ਪਏ ਔਰ ਬਹੁਤ ਸਾਰੇ 100 ਪੀਪਲ ਜਿਹੜੇ ਹੌਲੀ ਹੌਲੀ ਬੋਲ ਰਹੇ ਸੀਗੇ ਉਹਨਾਂ ਨੂੰ ਔਰ ਉਹਨਾਂ ਦੇ ਸਿੰਪਲ ਸਮਾਈਲ ਨੂੰ ਦੇਖਣ ਨੂੰ ਨਾ ਮਿਲਦਾ। ਆਈ ਪਿਕਚਰ ਐਨ ਓਨੈਸਟ ਐਂਡ ਹੈਪੀ ਲਾਈਫ ਬਿਯੋਂਡ ਦਾ ਸਟ੍ਰਿਕਟ ਲਿਮਿਟਸ ਆਫ ਯੂਨੀਵਰਸਿਟੀਜ਼ ਐਂਡ ਲਾਅ ਫਾਰਮ। ਕਹਿੰਦੇ ਕਿ ਮੈਂ ਜਿਹੜੀ ਬੜੀ ਔਰ ਸਟ੍ਰਿਕਟ ਯੂਨੀਵਰਸਿਟੀ ਦੇ ਲਾਅ ਹੁੰਦੇ ਆ, ਲਾਅ ਫਾਰਮ ਦੇ ਰੂਲਸ ਹੁੰਦੇ ਆ, ਉਹਨਾਂ ਨੂੰ ਛੱਡ ਕੇ ਮੈਂ ਇੱਕ ਬਹੁਤ ਹੀ ਸਿੰਪਲ ਔਰ ਓਨੈਸਟ ਲਾਈਫ ਦੇਖ ਕਰਕੇ ਆਇਆ ਔਰ ਮੈਂ ਬਹੁਤ ਖੁਸ਼ ਹਾਂ। I was excited. I had found a treasure. मैं बहुत खुश ਸੀਗਾ ਜਿਵੇਂ ਮੈਨੂੰ ਕੋਈ ਖਜ਼ਾਨਾ ਮਿਲ ਗਿਆ ਹੋ। I had discovered a new way of life. ਔਰ ਲਾਈਫ ਨੂੰ ਦੇਖਣ ਦਾ ਮੈਨੂੰ ਨया ਤਰੀਕਾ ਮਿਲ ਗਿਆ ਸੀਗਾ। But if I did not think much about Lutkins, the office did. I found them all upset. Next morning, the case was coming up in the court, and they had to have Lutkins. ਕਹਿੰਦੇ ਪਰ ਮੈਂ ਤਾਂ ਨਹੀਂ ਸੋਚ ਰਿਹਾ ਸੀਗਾ, ਆਫਿਸ ਵਾਲੇ ਸਾਰੇ ਸੋਚ ਰਹੇ ਸੀ ਕਿ ਉਹ ਸਾਰੇ ਅਪਸੈਟ ਸੀਗੇ ਕਿਉਂਕਿ ਨੈਕਸਟ ਮਾਰਨਿੰਗ ਕੇਸ ਜਿਹੜਾ ਸੀਗਾ ਕੋਰਟ 'ਤੇ ਜਾਣਾ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਨੇ ਲੁਟਕਿੰਸ ਦੇ ਬਾਰੇ ਵਿੱਚ ਲੁਟਕਿੰਸ ਨੂੰ ਲੱਭਣਾ ਹੀ ਸੀਗਾ। ਆਈ ਵਾਜ਼ ਸ਼ੇਮਫੁਲ, ਯੂਜ਼ਲੈਸ ਟੂਲ। ਮੈਂ ਬਹੁਤ ਸ਼ਰਮਿੰਦਾ ਸੀਗਾ, ਐਂ ਲੱਗ ਰਿਹਾ ਸੀਗਾ ਜਿਵੇਂ ਮੈਂ ਕੁਝ ਵੀ ਨਹੀਂ ਕਰ ਪਾਇਆ। ਦੈਟ ਮਾਰਨਿੰਗ ਮਾਈ
promising legal career almost come to an end before it had begun. यानी कि ਜਿਹੜਾ ਲੀਗਲ ਵਾਲਾ ਮੇਰਾ ਪ੍ਰੋਮਿਸਿੰਗ ਬਹੁਤ ਹਾਈ ਫਾਈ ਕਰੀਅਰ ਸੀਗਾ ਉਹ ਆਲਮੋਸਟ ਖਤਮ ਹੋਣ ਵਾਲਾ ਸੀਗਾ, ਸ਼ੁਰੂ ਹੋਣ ਤੋਂ ਪਹਿਲੇ ਹੀ ਖਤਮ ਹੋਣ ਵਾਲਾ ਸੀਗਾ। The chief almost murdered me. He hinted me I might do well at digging ditches. I was ordered back to New Mullion, and with me, a man who had worked with Lutkins. I was rather sorry because it would prevent my loafing all over again with Bill. अब ਨੈਕਸਟ ਮਾਰਨਿੰਗ ਜਦੋਂ ਆਇਆ, ਐਂ ਲੱਗ ਰਿਹਾ ਸੀਗਾ ਜਿਵੇਂ ਮੇਰੇ ਬੌਸ ਨੇ ਮੈਨੂੰ, ਚੀਫ ਨੇ ਮੈਨੂੰ ਮਾਰ ਦੇਣਾ, ਮੇਰਾ ਮਰਡਰ ਕਰ ਦੇਣਾ। ਔਰ ਉਹਨਾਂ ਨੇ ਹਿੰਟ ਦਿੱਤਾ ਕਿ ਮੈਂ ਦੁਬਾਰਾ ਵਧੀਆ ਤਰੀਕੇ ਦੇ ਨਾਲ ਇਹ ਡਿਗਿੰਗ ਕਰ ਸਕਦਾ ਸੀਗਾ, ਯਾਨੀ ਕਿ ਉਹਨੂੰ ਵਧੀਆ ਤਰੀਕੇ ਦੇ ਨਾਲ ਲੱਭ ਸਕਦਾ ਸੀਗਾ, ਜਿਹੜਾ ਮੈਂ ਨਹੀਂ ਕੀਤਾ। ਅਬ ਦੁਬਾਰਾ ਫਿਰ ਮੈਨੂੰ ਸੇਮ ਵਿਲੇਜ 'ਤੇ ਆਉਣ ਦਾ ਆਰਡਰ ਮਿਲ ਗਿਆ, ਔਰ ਇਸ ਵਾਰੀ ਮੇਰੇ ਨਾਲ ਕੌਣ ਸੀਗਾ? ਮੇਰਾ ਆਪਣਾ ਇੱਕ ਕੁਲੀਗ ਸੀਗਾ ਜਿਹੜਾ ਆਲਰੇਡੀ ਲੁਟਕਿੰਸ ਦੇ ਨਾਲ ਕੰਮ ਕਰ ਚੁੱਕਿਆ ਸੀਗਾ, ਔਰ ਉਹਨੂੰ ਪਤਾ ਸੀਗਾ ਉਹਦੇ ਅਪੀਅਰੈਂਸ ਦੇ ਬਾਰੇ ਵਿੱਚ, ਤਾਂ ਉਹਨੂੰ ਮੇਰੇ ਨਾਲ ਭੇਜਿਆ ਗਿਆ। ਕਹਿੰਦੇ ਕਿ ਐਂਡ ਵਿਦ ਮੀ ਵੈਂਟ ਅ ਮੈਨ ਹੂ ਵਰਕਡ। ਆਈ ਵਾਜ਼ ਰੈਦਰ ਸੌਰੀ, ਮੈਨੂੰ ਬੁਰਾ ਲੱਗ ਰਿਹਾ ਸੀਗਾ ਕਿਉਂਕਿ ਐਂ ਲੱਗ ਰਿਹਾ ਸੀਗਾ ਕਿ ਬਿਲ ਦੇ ਨਾਲ ਮੈਂ ਫਿਰ ਦੁਬਾਰਾ ਇੰਜੋਏ ਨਹੀਂ ਕਰ ਪਾਉਣਾ। When the train arrived at the New Mullion, Bill was on the station platform near his cart. Strangely enough, that old tigress Lutkin's mother was there, talking and laughing with Bill and not quarreling at all. ਇਸ ਵਾਰੀ ਜਦੋਂ ਟ੍ਰੇਨ ਸਟੇਸ਼ਨ 'ਤੇ ਰੁਕੀ, ਦ ਨਿਊ ਮੂਲੀਅਨ 'ਤੇ ਬਿਲ ਸਟੇਸ਼ਨ 'ਤੇ ਹੀ ਖੜ੍ਹਾ ਸੀਗਾ, ਪਰ ਉਹਦੇ ਨਾਲ ਉਹ ਮੋਟੀ ਟਾਈਗਰੇਸ ਵਾਲੀ, ਯਾਨੀ ਜਿਹਨੂੰ ਸ਼ੇਰਨੀ ਕਹਿੰਦੇ ਸੀਗੇ, ਉਹ ਲੇਡੀ ਵੀ ਸੀਗੀ। ਔਰ ਬਹੁਤ ਹੀ ਜ਼ਿਆਦਾ ਹੈਰਾਨੀ ਮੈਨੂੰ ਇਸ ਗੱਲ ਨੂੰ ਲੈ ਕਰਕੇ ਹੋਈ ਕਿ ਉਹ ਉਹਦੇ ਨਾਲ ਗੱਲ ਕਰ ਰਹੀ ਸੀਗੀ, ਹੱਸ ਰਹੀ ਸੀਗੀ, ਉਹਦੇ ਨਾਲ ਕੁਐਰਲਿੰਗ ਯਾਨੀ ਕਿ ਝਗੜਾ ਨਹੀਂ ਕਰ ਰਹੀ ਸੀਗੀ। From the train steps, I pointed Bill out to my companion and said, there's a fine fellow, a real man. I spend the day with him. ਔਰ ਆਪਣੇ ਕੁਲੀਗ ਨੂੰ ਉਂਗਲੀ ਦਿਖਾਉਂਦੇ ਹੋਏ ਮੈਂ ਕਹਿੰਦਾ ਕਿ ਆਹ ਮੇਰਾ ਕੰਪੇਨੀਅਨ ਸੀਗਾ, ਸਾਰਾ ਦਿਨ ਇਹਦੇ ਨਾਲ ਹੀ ਮੈਂ ਮਿਲ ਕੇ ਲੁਟਕਿੰਸ ਨੂੰ ਲੱਭਦਾ ਰਿਹਾ। He helped you hunt for Oliver Lutkins? Yes, he helped me a lot. He must have. He is Lutkins himself. ਆ ਮੇਰਾ ਕੁਲੀਗ ਕਹਿੰਦਾ ਹੈਗਾ ਕਿ ਅੱਛਾ ਤੁਹਾਨੂੰ ਆਲ ਓਲੀਵਰ ਲੁਟਕਿੰਸ ਨੂੰ ਲੱਭਣ 'ਤੇ ਹੈਲਪ ਕਰ ਰਿਹਾ ਸੀਗਾ। ਮੈਂ ਕਿਹਾ ਹਾਂ, ਆਹੀ ਮੈਨੂੰ ਹੈਲਪ ਕਰਦਾ ਸੀਗਾ। ਤਾਂ ਫਿਰ ਮੇਰਾ ਕੁਲੀਗ ਕੀ ਕਹਿੰਦਾ ਹੈ? ਡੈਫੀਨੇਟਲੀ ਇਹ ਤਾਂ ਹੈਲਪ ਕਰੂਗਾ ਹੀ, ਕਿਉਂਕਿ ਆਹੀ ਓਲੀਵਰ ਲੁਟਕਿੰਸ ਹੈਗਾ। What really hurt me was that when I served the summon, Lutkins and his mother laughed at me as though I were a bright boy of 7. With loving kindness, they begged me to go with them to a neighbor's house for a cup of coffee. ਕਹਿੰਦਾ ਮੈਨੂੰ ਬਹੁਤ ਬੁਰਾ ਲੱਗਿਆ, ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੈਂ ਸਮਨ ਫੜਾ ਰਿਹਾ ਸੀਗਾ। ਲੁਟਕਿਨ ਔਰ ਉਹਦੇ ਮਦਰ ਮੇਰੇ 'ਤੇ ਹੱਸ ਰਹੇ ਸੀਗੇ। ਐਂ ਲੱਗ ਰਿਹਾ ਸੀਗਾ ਜਿਵੇਂ ਮੈਂ ਕੋਈ 7th ਕਲਾਸ ਦਾ 7 ਸਾਲ ਦਾ ਬੱਚਾ ਹੋਵਾਂ। ਔਰ ਉਹ ਆਪਣੀ ਪੂਰੀ ਲਵਿੰਗ ਔਰ ਕਾਈਂਡਨੈਸ ਵਾਲੀ ਗੱਲ ਕਰਦੇ ਹੋਏ ਫਿਰ ਮੇਰੇ ਤੋਂ ਰਿਕੁਐਸਟ ਕਰਦੇ ਹੈ ਕਿ ਉਹਨਾਂ ਦੇ ਇੱਕ ਪੜੋਸੀ ਰਹਿ ਗਏ ਹੈ ਔਰ ਉਹਨਾਂ ਦੇ ਕੋਲ ਘਰ ਚੱਲ ਕੇ ਕੱਪ ਆਫ ਕੌਫੀ ਪੀ ਲੈਂਦੇ ਆ। I told them about you and they are anxious to look at you, said Lutkins joyfully. They are about the only folk in the town that miss seeing you yesterday. और फिर मेरा मजाक बनाते हुए की कहते हैं कि ਜਦੋਂ yesterday मैं ਤੁਹਾਡੇ ਬਾਰੇ में ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੂੰ ਕਾਫੀ ਟੈਨਸ਼ਨ ਹੋਈ ਔਰ ਪੂਰੇ ਗਾਉਂ ਦੇ ਵਿੱਚ ਉਹੀ ਇਕੱਲੇ ਰਹਿ ਗਏ ਸੀਗੇ ਜਿਨ੍ਹਾਂ ਨੇ ਤੁਹਾਨੂੰ ਨਹੀਂ ਦੇਖਿਆ ਔਰ ਉਹ ਤੁਹਾਨੂੰ ਦੇਖਣ ਤੋਂ ਮਿਸ ਕਰ ਗਏ। ਔਰ ਇਸ ਕਰਕੇ ਉਹ ਕਹਿੰਦੇ ਸੀਗੇ ਕਿ ਤੁਸੀਂ ਉਹਨਾਂ ਦੇ ਘਰ ਵੀ ਚਲੋ ਔਰ ਕੱਪ ਆਫ ਕੌਫੀ ਪੀਆਂਗੇ। ਯਾਨੀ ਕਿ ਉਹਨੂੰ ਬੇਵਕੂਫ ਬਣਾਇਆ ਸੀਗਾ ਹੈਡ ਡਰਾਈਵਰ ਨੇ। ਔਰ ਲਾਇਰ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਹਰਟ ਸੀਗਾ, ਡਿਸਅਪੋਇੰਟਡ ਸੀਗਾ ਲੋਕਾਂ ਦੇ ਬਿਹੇਵੀਅਰ ਨੂੰ ਲੈ ਕਰਕੇ ਔਰ ਲੋਕਾਂ ਦੇ diplomacy ਨੂੰ ਲੈ ਕਰਕੇ। So this is the end of the story. I hope you all will be able to understand. Along with that, I will post the question answer so that you can complete your register work. Thank you.